हथ डोलन ते राखो प्रभु नानक दे कर हथ याही कुल ते प्रगट हो ताही कुल को पुन दुआ दस गोविंद को उज मेरी करना उज कैसे तेरे दरियावा कैसे हथ पैर तन दे पानी धोते उजरत के मूत पलीती कपड़ होए मूत पलीती कपड़ होए ते साबुन धोए पर ये मत पापा के संग पर ये मत पापा के संग ओ तो
ਸਤਿਗੁਰਾਂ ਦੇ ਪੁੱਤਰ ਅਤੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਪਰਮ ਸਤਿਕਾਰਯੋਗ ਸਤ ਸੰਗੀਓ, ਆਓ ਜਿੰਨੇ ਵੀ ਭਾਈ ਸਾਧ ਸੰਗਤ ਦੇ ਰੂਪ ਵਿੱਚ ਇੱਥੇ ਬੈਠੇ ਨੇ, ਆਪਣੀ ਮਨ ਬਿਰਤੀ ਨੂੰ ਅਸਾਂ ਇਕਾਗਰ ਕਰਨਾ ਹੈ, ਰਸਨਾ ਨੂੰ ਪਵਿੱਤਰ ਕਰਨਾ ਹੈ। ਸਭ ਨੇ ਗੱਜ ਕੇ ਆਖਣਾ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਇੱਕ ਵਾਰੀ ਫਿਰ ਸਾਰਿਆਂ ਨੇ ਕਿਰਪਾ ਕਰਨੀ ਹੈ, ਉਹਨਾਂ ਸਤਿਗੁਰਾਂ ਨੂੰ ਅਸਾਂ ਯਾਦ ਕਰਨਾ ਹੈ ਜਿਨ੍ਹਾਂ ਦਾ ਪ੍ਰਕਾਸ਼ ਪੁਰਬ 206ਵਾਂ ਅਸੀਂ ਸਾਰਾ ਸਾਲ ਮਨਾਉਂਦੇ ਰਹਿਣਾ। ਆਓ ਉਹਨਾਂ ਸਤਿਗੁਰਾਂ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਤੇ ਹੁਣ ਜਿਨ੍ਹਾਂ ਦਾ ਅਥਾਹ ਸੁਖ, ਅਥਾਹ ਦਰਸ਼ਨ ਅਸੀਂ ਕੀਤਾ ਹੈ, ਲਗਭਗ 54 ਸਾਲ ਗੱਦੀ ਨਸ਼ੀਨ ਹੋ ਕੇ ਸਾਧ ਸੰਗਤ ਨੂੰ ਦਰਸ਼ਨ ਦਿੱਤੇ ਨੇ ਉਹਨਾਂ ਸਤਿਗੁਰਾਂ ਨੇ, ਤੇ ਬੜੇ ਹੀ ਸੁੱਖ ਦਿੱਤੇ ਨੇ, ਕੁੱਲ ਲੁਕਾਈ ਨੂੰ ਬੜੇ ਸੁੱਖ ਦਿੱਤੇ ਨੇ। ਸਾਡਾ ਵੀ ਫਿਰ ਫਰਜ਼ ਬਣਦਾ ਹੈ, ਆਓ ਉਹਨਾਂ ਸਤਿਗੁਰਾਂ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ ਦੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਤੇ ਹੁਣ ਅਸੀਂ ਆਪਣੇ ਕੀਤੇ ਕਾਰਜਾਂ ਨੂੰ ਸਫਲ ਕਰਾਉਣਾ ਹੈ। ਇਹ ਕਿਸ ਤਰ੍ਹਾਂ ਸਫਲ ਹੁੰਦੇ ਨੇ? ਜਦੋਂ ਸਮੇਂ ਦੇ ਮਾਲਕ ਦੀ ਮੋਹਰ ਲੱਗਦੀ ਹੈ, ਸਮੇਂ ਦੇ ਸਤਿਗੁਰ ਦੀ ਮੋਹਰ ਲੱਗਦੀ ਹੈ ਇਹਨਾਂ ਕਾਰਜਾਂ ਤੇ, ਤਾਂ ਫਿਰ ਇਹ ਕਾਰਜ ਸਫਲ ਹੁੰਦੇ ਵੇਖੇ ਗਏ ਨੇ। ਜੇ ਕਾਰਜ ਸਫਲ ਹੁੰਦੇ ਵੇਖੇ ਗਏ ਨੇ ਤਾਂ ਫਿਰ ਉਹਦੇ ਨਾਲ ਮਨੁੱਖ ਦਾ ਜਨਮ ਵੀ ਸਫਲ ਹੁੰਦਾ ਵੇਖਿਆ ਗਿਆ। ਤੋ ਆਓ ਆਪਣੇ ਇਹਨਾਂ ਕਾਰਜਾਂ ਨੂੰ ਸਫਲ ਕਰਾਈਏ, ਨਾਲੇ ਆਪਣੇ ਮਨੁੱਖੀ ਜੀਵਨ ਨੂੰ ਵੀ ਸਫਲ ਕਰਾਈਏ। ਉਸ ਸ਼ਾਂਤਮਈ ਸਤਿਗੁਰ ਨੂੰ, ਸ਼ਕਤੀਸ਼ਾਲੀ ਸਤਿਗੁਰ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਪੂਰੇ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੁੜ ਕੇ ਉਹਨਾਂ ਦੇ ਹੁਕਮ ਅਨੁਸਾਰ ਬੈਠੀਏ। ਹਫ਼ਤਾਵਾਰੀ ਪ੍ਰੋਗਰਾਮ ਹੋ ਰਿਹਾ ਹੈ, ਸਤ ਸੰਗਤ ਬਣਿਆ ਹੋਇਆ ਹੈ, ਨਾਮ ਸਿਮਰਨ ਹੋ ਰਿਹਾ ਹੈ, ਭਜਨ ਬੰਦਗੀ ਹੋ ਰਹੀ ਹੈ, ਨਾਲ ਹੀ ਗੁਰੂ ਦਾ ਹਰਜਸ ਕੀਤਾ ਜਾ ਰਿਹਾ ਹੈ। ਚੰਗੇ ਵੱਡੇ ਭਾਗ ਹੋਣ ਤਾਂ ਇਹ ਮਨੁੱਖ ਨੂੰ ਇਹ ਜਿਹੜਾ ਦਰਜਾ ਹਾਸਲ ਹੁੰਦਾ ਹੈ, ਇਹ ਮੁਕਾਮ ਹਾਸਲ ਹੁੰਦਾ ਹੈ। ਇੱਥੋਂ ਤੱਕ ਤਾਂ ਇਨਸਾਨ ਪਹੁੰਚਦਾ ਜਦੋਂ ਚੰਗੇ ਵੱਡੇ ਕਰਮ ਹੋਣ, ਨਹੀਂ ਤੇ ਸੰਸਾਰਿਕ ਰੁਝੇਵਿਆਂ 'ਚ ਐਸਾ ਮਨੁੱਖ ਉਲਝਿਆ ਹੋਇਆ ਹੈ, ਪਤਾ ਹੀ ਨਹੀਂ ਲੱਗਦਾ ਜੀਵਨ ਦਾ ਵੀ ਜੀਵਨ ਕਿਸ ਤਰ੍ਹਾਂ ਗੁਜ਼ਾਰਨਾ ਹੈ, ਕੀ ਕਰਨਾ ਆਇਆ ਮੈਂ ਇਸ ਸੰਸਾਰ ਤੇ ਕੀ ਕੁਝ ਮੈਨੂੰ ਕਰਨਾ ਚਾਹੀਦਾ ਹੈ, ਇਹ ਪਤਾ ਹੀ ਨਹੀਂ ਲੱਗਦਾ। ਬਿਲਕੁਲ ਐਸਾ ਸੰਸਾਰਿਕ
ਚਮਕ ਦੇ ਵਿੱਚ ਫਸਿਆ ਹੋਇਆ। ਪਰ ਧੰਨ ਨੇ ਉਹ ਗੁਰੂ ਕੇ ਸਿੱਖ ਜਿਹੜੇ ਇੱਥੋਂ ਤੱਕ ਆਣ ਕੇ ਗੁਰੂ ਦਾ ਹਾਜ਼ਰ ਸੁਣਦੇ ਨੇ ਤੇ ਨਾਮ ਸਿਮਰਨ ਕਰਦੇ ਨੇ। ਭਗਤ ਕਰਕੇ ਭਗਤੀ ਕਰਦੇ ਨੇ। ਗੁਰਸਿੱਖੀ ਸਮਾਜ ਦੇ ਵਿੱਚ ਸਭ ਤੋਂ ਵੱਡਾ ਤੇ ਉੱਤਮ ਕਰਮ ਦੱਸਿਆ ਗਿਆ, ਕਿਉਂਕਿ ਸਤਿਗੁਰਾਂ ਦਾ ਹੁਕਮ ਹੈ ਸਵਾਸ ਸਵਾਸ ਨਾਮ ਜਪਣਾ। ਜਿੰਨੀ ਦੇਰ ਅਸਾਂ ਸਾਰਿਆਂ ਨੇ ਇੱਥੇ ਬੈਠਣਾ, ਗੁਰੂ ਦਾ ਕੰਨਾਂ ਨਾਲ ਗੁਰੂ ਦਾ ਹਾਜ਼ਰ ਸੁਣਨਾ ਤੇ ਰਸਨਾ ਨਾਲ ਨਾਮ ਦਾ ਸਿਮਰਨ ਕਰਨਾ। ਮਹਾਰਾਜ ਗੁਰਬਾਣੀ ਚ ਫਰਮਾਉਂਦੇ ਨੇ, ਕਹਿੰਦੇ ਨੇ ਗੰਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪ ਨੀਤ, ਕਹਾ ਪਿਸਾਸਾ ਦੇਹ ਕਾ ਬਿਲਮ ਨਾ ਕਰਿਓ ਨੀਤ। ਸਤਿਗੁਰੂ ਜੀ ਸਮਝਾਉਂਦੇ ਨੇ ਭਈ ਗੋਬਿੰਦ ਦੇ ਗੁਣ ਹੀ ਗਾਉਂਦੇ ਨੇ। ਹਰ ਸਵਾਸ ਸਵਾਸ ਨਾਲ ਗੋਬਿੰਦ ਦੇ ਗੁਣ ਗਾ। ਇਸ ਸੰਸਾਰ ਦੇ ਵਿੱਚ ਪਤਾ ਨਹੀਂ ਲੱਗਣਾ, ਇਸ ਦੇਹ ਦਾ ਕੋਈ ਭਰੋਸਾ ਨਹੀਂ, ਕਿਹੜੇ ਵੇਲੇ ਕਿਹੜਾ ਅਖੀਰਲਾ ਸਾਹ ਬਣ ਜੇ ਤੇ ਕੋਈ ਢਿੱਲ ਨਹੀਂ ਕਰਨੀ। ਬਿਲਕੁਲ ਨਾਮ ਜਪਣਾ, ਬਿਲਕੁਲ ਬਹਿ ਕੇ ਇੱਥੇ ਜਿੰਨਾ ਚਿਰ ਬੈਠਣਾ। ਇੱਕ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ 'ਚ ਵੀ ਹੁੰਦਾ ਹੈ, ਕਹਿੰਦੇ ਨੇ ਵੀ ਕਿਸੇ ਕਵੀ ਨੇ ਲਿਖਿਆ ਵੀ ਸਵਾਸ ਸਵਾਸ ਹਰ ਨਾਮ ਜਪ, ਬ੍ਰਿਥਾ ਸਵਾਸ ਮਤ ਖੋਏ, ਕਿਆ ਜਾਣਾ ਜੋ ਅੰਤ ਕਾ ਇਹੀ ਸਵਾਸ ਨਾ ਹੋਏ। ਪਤਾ ਨਹੀਂ ਲੱਗਦਾ ਮੁੜ ਕੇ ਇਹ ਸਵਾਸਾਂ ਨੇ ਸਾਡਾ ਸਾਥ ਦੇਣਾ ਕਿ ਨਹੀਂ ਦੇਣਾ। ਸੋ ਆਪ ਸਭ ਵੱਡੇ ਭਾਗਾਂ ਵਾਲੇ ਇੱਥੇ ਆਣ ਕੇ ਨਾਮ ਦਾ ਸਿਮਰਨ ਕਰਨ ਗਏ ਹੋ। ਸਤਿਗੁਰਾਂ ਨੇ ਨਾਮ ਤੇ ਬੜਾ ਜ਼ੋਰ ਦਿੱਤਾ ਹੈ। ਗੁਰਬਾਣੀ ਅਨੁਸਾਰ ਸੰਸਾਰ ਵਿੱਚ ਨਾਮ ਤੇ ਬਹੁਤ ਜ਼ੋਰ ਦਿੱਤਾ ਸਤਿਗੁਰਾਂ ਨੇ। ਅਤੇ ਉਹ ਕਿਉਂ? ਕਿਉਂਕਿ ਮਨੁੱਖ ਨੂੰ ਪਤਾ ਲੱਗੇ ਬਈ ਮੈਂ ਇੱਥੇ ਕੀ ਕਰਨ ਆਇਆ, ਕਿਸ ਤਰ੍ਹਾਂ ਦਾ ਜੀਵਨ ਮੈਂ ਬਤੀਤ ਕਰਨਾ ਇੱਥੇ। ਇਹ ਨਾ ਹੋਏ ਬਈ 84 ਲੱਖ ਜੂਨ ਚ ਸਭ ਤੋਂ ਉੱਤਮ ਜੂਨ ਜਿਹੜੀ ਮਿਲੀ ਹੈ ਉਹ ਐਵੇਂ ਬਿਰਥਾ ਹੀ ਚਲੇ ਜਾਵੇ। ਸੋ ਇਸ ਬਾਬਤ ਨਾਮ ਦੇ ਸਤਿਗੁਰੂ ਜੀ ਬਹੁਤ ਜ਼ੋਰ ਦਿੰਦੇ ਨੇ ਬਈ ਨਾਮ ਜ਼ਰੂਰ ਜਪੋ। ਨਾਮ ਜਪਣਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਮਨੁੱਖ ਦਾ ਜਨਮ ਸਫਲ ਹੁੰਦਾ ਹੈ। ਨਾਮ ਹੁਣ ਕਿਹੜਾ ਜਪਣਾ ਚਾਹੀਦਾ ਹੈ, ਕੀ ਨਾਮ ਹੁੰਦਾ ਹੈ? ਕਿਉਂਕਿ ਨਾਮ ਤੇ ਸੰਸਾਰ ਵਿੱਚ ਹਰ ਚੀਜ਼ ਦਾ ਨਾਮ ਹੈ। ਬਿਨਾਂ ਨਾਮ ਤੋਂ ਕੋਈ ਚੀਜ਼ ਹੀ ਨਹੀਂ, ਕੋਈ ਵਸਤੂ ਰਹਿ ਨਹੀਂ ਸਕਦੀ। ਅਸੀਂ ਇੱਥੇ ਜਿੱਥੇ ਬੈਠੇ ਹਾਂ ਇਸ ਗੁਰਦੁਆਰੇ ਦਾ ਨਾਮ ਕੁਝ ਹੋਰ ਹੈ ਤੇ ਸੜਕ ਤੋਂ ਬਾਹਰ ਜਿਹੜਾ ਗੁਰਦੁਆਰਾ ਉਹਦਾ ਨਾਮ ਕੁਝ ਹੋਰ ਹੈ। ਸੋ ਨਾਮ ਕਈ ਤਰ੍ਹਾਂ ਦਾ ਨਾਮ ਸੰਸਾਰ 'ਚ ਵੇਖਣ 'ਚ ਆਇਆ। ਦੇਖਣਾ ਇਹ ਹੈ ਵੀ ਅਸਲੀ ਨਾਮ ਕਿਹੜਾ ਹੈ ਜਿਹਨੂੰ ਅਸੀਂ ਜਪਣਾ ਹੈ, ਉਹਦੀਆਂ ਕੀ ਸਿਫਤਾਂ ਨੇ, ਉਹਦੇ ਕੀ ਗੁਣ ਨੇ। ਸਭ ਤੋਂ ਪਹਿਲਾਂ ਤੇ ਇਹ ਵੇਖਣਾ ਹੈ ਬਈ ਨਾਮ ਜਿਹੜਾ ਉਹ ਹੁੰਦਾ ਕੀ ਹੈ। ਨਾਮ ਦੂਜੀ ਗੱਲ ਫਿਰ ਇਹ ਵੇਖਣੀ ਵੀ ਨਾਮ ਮਿਲਦਾ ਕਿੱਥੋਂ ਹੈ। ਤੀਜੀ ਆਪਾਂ ਗੱਲ ਇਹ ਵੇਖਣੀ ਹੈ ਬਈ ਨਾਮ ਦੇ ਫਾਇਦੇ ਕੀ ਨੇ, ਕੀ ਗੁਣ ਨੇ, ਕੀ ਸਿਫਤਾਂ ਨੇ ਉਹਦੇ ਵਿੱਚ। ਤਾਂ ਫਿਰ ਚੌਥੀ ਗੱਲ ਇਹ ਹੈ ਅਸਾਂ ਇਹ ਵੇਖਣਾ ਵੀ ਨਾਮ ਜਪ ਕੇ ਤੇ ਫਿਰ ਸੰਸਾਰ 'ਚ ਮਨੁੱਖ ਕਿੱਥੋਂ ਤੱਕ ਪਹੁੰਚਿਆ, ਕੀ ਕੁਝ ਉਹਨੂੰ ਹਾਸਿਲ ਹੋਇਆ ਹੈ, ਕਿਹੜੇ ਕਿਹੜੇ ਦਰਜੇ ਉਹਨੂੰ ਹਾਸਿਲ ਹੋਏ ਨੇ। ਬਸ ਇਹ ਹੀ ਆਪਾਂ ਨਾਮ ਦੇ ਉੱਤੇ ਅੱਜ ਥੋੜ੍ਹੀ ਜਿਹੀ ਵਿਚਾਰ ਕਰਕੇ ਅੱਗੇ ਚੱਲਣੀ ਹੈ। ਠੀਕ ਹੈ, ਅਸੀਂ ਮਾਲਾ ਫੜ ਕੇ ਨਾਮ ਜਪਣੇ ਆ, ਜਪਣਾ ਚਾਹੀਦਾ ਕਿਉਂਕਿ ਸਤਿਗੁਰਾਂ ਦਾ ਹੁਕਮ ਹੈ ਸਵਾਸ ਸਵਾਸ ਮਾਲਾ ਨਾਲ ਨਾਮ ਜਪਣਾ। ਪਰ ਇੱਥੇ ਹੁਣ ਇਹ ਗੱਲ ਧਿਆਨ ਰੱਖਣ ਵਾਲੀ ਹੈ, ਚੇਤਾ ਰੱਖਣ ਵਾਲੀ ਹੈ ਬਈ ਭਜਨ ਕੁਝ ਹੋਰ ਤਰ੍ਹਾਂ ਦਾ ਹੁੰਦਾ ਹੈ ਤੇ ਸਿਮਰਨ ਕੁਝ ਹੋਰ ਤਰ੍ਹਾਂ ਦਾ ਹੁੰਦਾ ਹੈ। ਇਹਨਾਂ ਦੋਨਾਂ ਦੇ ਵਿੱਚ ਬੜਾ ਫਰਕ ਦੱਸਿਆ ਗਿਆ ਹੈ।
ਭਜਨ ਤੇ ਜਿਹੜਾ ਅਸੀਂ ਮਾਲਾ ਫੇਰਦੇ ਹਾਂ, ਭਈ ਫਟਾਫਟ ਮਾਲਾ ਫੇਰੀ ਜਾਂਦੇ ਹਾਂ। ਗੁਰਦੁਆਰੇ 'ਚ ਭਾਵੇਂ ਬੈਠੇ ਹਾਂ, ਭਾਵੇਂ ਘਰ ਬੈਠੇ ਹਾਂ, ਮਾਲਾ ਫਟਾਫਟ ਫੇਰੀ ਜਾਂਦੇ ਹਾਂ, ਰਸਨਾ ਵੀ ਚੱਲਦੀ ਪਈ ਏ, ਪਰ ਮਨ ਦਾ ਪਤਾ ਨਹੀਂ ਸਾਡਾ ਧਿਆਨ ਕਿੱਧਰ ਹੈ। ਕਿਸੇ ਦਾ ਬਾਹਰ ਸੜਕ ਤੇ ਧਿਆਨ ਜਾਣ ਡਿਆ, ਕਿਸੇ ਦਾ ਘਰ ਵਿੱਚ ਧਿਆਨ ਜਾਣ ਡਿਆ, ਕਿਸੇ ਦਾ ਕਿੱਥੇ ਧਿਆਨ ਜਾਣ ਡਿਆ। ਇਹ ਚੰਗੀ ਗੱਲ ਹੈ, ਮਾਲਾ ਤੇ ਤੁਸੀਂ ਫੇਰਨ ਰਹੇ ਹੋ, ਪਰ ਧਿਆਨ ਸਾਡਾ ਜਿਹੜਾ ਹੈ ਉਹ ਇਕਾਗਰਚਿਤ ਹੋ ਕੇ ਨਹੀਂ ਕੰਮ ਕਰਨ ਡਿਆ, ਉਹ ਭੱਜਾ ਫਿਰਦਾ ਇੱਧਰ ਉੱਧਰ। ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ ਵੀ ਇਹਦਾ ਜਪਣ ਦਾ ਫਾਇਦਾ ਤੇ ਹੈ, ਵੀ ਚਲੋ ਰਸਨਾ ਚੱਲ ਰਹੀ ਹੈ, ਮਾਲਾ ਫੇਰਨ ਰਹੇ ਹੋ, ਮਾਮੂਲੀ ਜਿਹਾ ਇਹਦਾ ਫਾਇਦਾ ਜ਼ਰੂਰ ਹੁੰਦਾ ਹੈ, ਕਰਨਾ ਚਾਹੀਦਾ ਹੈ। ਪਰ ਇਸ ਤੋਂ ਬਾਅਦ ਫਿਰ ਸਿਮਰਨ ਵਾਸਤੇ ਮੈਨੂੰ ਦੱਸਿਆ ਵੀ ਸਿਮਰਨ ਵੀ ਸਾਨੂੰ ਨਾਲ ਕਰਨਾ ਚਾਹੀਦਾ। ਸਿਮਰਨ ਕੀ ਚੀਜ਼ ਹੈ? ਸਿਮਰਨ ਕਿਸੇ ਨੂੰ ਯਾਦ ਕਰਨਾ, ਉਹਨੂੰ ਸਿਮਰਨ ਆਖਿਆ ਗਿਆ। ਜਦੋਂ ਕੋਈ ਸਮਾਧੀ ਲਾ ਕੇ ਅੱਖਾਂ ਬੰਦ ਕਰਕੇ ਕਿਸੇ ਨੂੰ ਯਾਦ ਕਰਦਾ ਹੈ ਨਾ ਹੱਥ हिले, ਨਾ ਅੱਖ हिले, ਨਾ ਅੰਗ हिले, ਕੋਈ ਅੰਗ ਹਿਲਦਾ ਹੀ ਨਹੀਂ, ਨਾ ਆਪ ਹਿਲਦਾ, ਤਾਂ ਫਿਰ ਸਾਹਮਣੇ ਵਾਲਾ ਦੇਖ ਕੇ ਬੜਾ ਹੈਰਾਨ ਹੁੰਦਾ ਕਿ ਨਾ ਵੀ ਕਿਹਦੀ ਯਾਦ ਵਿੱਚ ਬੈਠਾ ਹੈ, ਤੇਰਾ ਪਤਾ ਹੀ ਨਹੀਂ ਲੱਗਣ ਡਿਆ, ਨਾ ਤੂੰ ਹਿਲਦਾ ਪਿਆ ਨਾ ਚਲਦਾ ਪਿਆ। ਤੋ ਇਹ ਸਿਮਰਨ ਜਿਹੜਾ ਕਿਸੇ ਦੀ ਯਾਦ ਵਿੱਚ ਬਹਿਣਾ, ਭਾਵ ਸਤਿਗੁਰ ਦੀ ਯਾਦ ਵਿੱਚ ਬੈਠ ਕੇ ਸਿਮਰਨ ਕਰਨਾ ਚਾਹੀਦਾ ਹੈ। ਸੋ ਇਹ ਬੜਾ ਫਰਕ ਹੈ ਇਹਨਾਂ ਚੀਜ਼ਾਂ ਦਾ, ਭਜਨ ਦਾ ਤੇ ਸਿਮਰਨ ਦਾ। ਇਹ ਇਸੇ ਤਰ੍ਹਾਂ ਸਮਝ ਕੇ ਤੇ ਫਿਰ ਇਹਨੂੰ ਉਹ ਕਰਨਾ ਚਾਹੀਦਾ ਹੈ। ਨਾਮ ਜਿਹੜਾ ਉਹ ਬਹੁਤ ਵੱਡਾ ਦੱਸਿਆ ਹੈ, ਕਿਉਂਕਿ ਇੱਕ ਨਾਮ ਜਿਹੜਾ ਉਹ ਸਵਾਤੀ ਨਾਮ ਦੱਸਿਆ ਹੈ, ਇੱਕ ਨਾਮ ਜਿਹੜਾ ਉਹ ਜਾਤੀ ਨਾਮ ਦੱਸਿਆ ਗਿਆ। ਸਵਾਤੀ ਨਾਮ ਕਿਹੜਾ ਹੁੰਦਾ ਹੈ? ਉਹ ਕਿਸੇ ਦੀ ਸਿਫਤ ਵਿੱਚ ਜਿਹੜਾ ਰੱਖਿਆ ਜਾਂਦਾ ਹੈ ਨਾ, ਉਹ ਸਫਾਤੀ ਨਾਮ ਦੱਸਿਆ ਜਾਂਦਾ ਹੈ। ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ ਲਹਿਣ ਜਿਹੇ, ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ ਲਹਿਣ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜਤ ਹੈਜੇ, ਓਟ ਇੰਦਰ ਇੰਦਰਾਨ ਸਹੈ ਸਹਾਨ ਕਹਿੰਜੇ, ਤ੍ਰਿਭਵਨ ਮਹੀਪ ਸੁਰ ਨਰ ਅਸੂਰ, ਨੇਤ ਨੇਤ ਬਣ ਤ੍ਰਿਣ ਕਹਤ, ਤਬ ਸਰਬ ਨਾਮ ਕਥਾ ਕਵਣ, ਕਰਮ ਨਾਮ ਬਰਨਤ ਸੁਮਨ। ਇਹਦੇ 'ਚ ਸਿਫਤ ਦੱਸੀ ਹੋਈ ਹੈ ਉਸ ਸਤਿਗੁਰ ਦੀ, ਕਿਉਂਕਿ ਸੁਫਾਤੀ ਨਾਮ ਜਿਹੜਾ ਉਹ ਸਿਫਤ ਨੂੰ ਸੰਬੋਧਨ ਕਰਦਾ ਹੈ। ਸਿਫਤ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਅਸੀਂ ਕਲਗੀਧਰ ਦਾ ਨਾਮ ਲੈ ਲੈਂਦੇ ਹਾਂ, ਉਹ ਕਲਗੀਧਰ ਨਾਮ ਜਿਹੜਾ ਉਹ ਸਫਾਤੀ ਨਾਮ ਹੈ। ਚੀਨੀ ਵਾਲਾ ਜਿਹੜਾ ਨਾਮ ਅਸੀਂ ਲੈਂਦੇ ਹਾਂ, ਇਹ ਸਫਾਤੀ ਨਾਮ ਨੇ, ਇਹ ਜਾਤੀ ਨਾਮ ਨਹੀਂ। ਇਹ ਉਹਦੀ ਸਿਫਤ ਵਿੱਚ ਉਹਦੇ ਨਾਂ ਅਸੀਂ ਉਹਨੂੰ ਯਾਦ ਕਰਨੇ ਆ, ਲਿਖੇ ਹੁੰਦੇ ਨੇ। ਫਿਰ ਕਹਿੰਦੇ ਨੇ ਕੀਰਤਨ ਨਾਮ ਕਥੇ ਤੇਰਾ ਜਿਹਬਾ, ਜਿਹੜਾ ਤੇਰੇ ਕੀਤੇ ਹੋਏ ਕਰਮਾਂ, ਜਿਹੜੇ ਕਰਮ ਕੀਤੇ ਨੇ ਸੰਸਾਰ ਵਿੱਚ ਆਣ ਕੇ, ਉਹ ਨਾਂ ਤੇਰਾ ਜਿਹੜਾ ਹੈ ਉਹ ਸਫਾਤੀ ਨਾਂ ਦੱਸਿਆ ਗਿਆ, ਉਹਨੂੰ ਅਸੀਂ ਯਾਦ ਕਰਨੇ ਆ। ਜਿਵੇਂ ਜਿਸ ਤਰ੍ਹਾਂ ਮੈਂ ਹੁਣੇ ਦੱਸਿਆ ਕਿ ਕਲਗੀਧਰ ਨਾਮ ਜਿਹੜਾ ਹੈ, ਜਾਂ ਚੀਨੀ ਵਾਲਾ ਨਾਮ ਜਿਹੜਾ ਹੈ, ਜਾਂ ਮੁਰਾਰੀ ਵੀ ਅਸੀਂ ਕਹਿੰਦੇ ਨੇ ਕ੍ਰਿਸ਼ਨ ਮਹਾਰਾਜ ਜੀ ਨੂੰ, ਇਹ ਸਭ ਇਹਨਾਂ ਦੇ ਸਫਾਤੀ ਨਾਮ ਨੇ, ਕਿਉਂਕਿ ਇਹ ਕਰਮ ਕਰਕੇ ਇਹਦੇ ਨਾਮ ਜਿਹੜੇ ਅੱਗੇ ਆਏ ਨੇ ਸਤਿਗੁਰਾਂ ਦੇ। ਫਿਰ ਕਹਿੰਦੇ ਨੇ ਸਤਿਨਾਮ ਤੇਰਾ ਪਰਾ ਪੁਰਬਲਾ। ਹੁਣ ਸਤਿਨਾਮ ਜਿਹੜਾ ਉਹ ਕਈ ਲੋਕ ਸਤਿਨਾਮ ਨੂੰ ਵੀ ਨਾਮ ਹੀ ਸਮਝਦੇ ਨੇ, ਕਈ ਆਮ ਗੁਰਦੁਆਰਿਆਂ 'ਚ ਸਤਿਨਾਮ ਸਤਿਨਾਮ ਬੋਲਦੇ ਰਹਿੰਦੇ ਨੇ, ਪਰ ਇਹ ਜਿਹੜਾ ਨਾਮ ਨਹੀਂ, ਨਾਮ ਕੁਝ ਹੋਰ ਹੈ। ਸਤਿਨਾਮ ਦਾ ਮਤਲਬ ਹੈ ਵੀ ਤੇਰਾ ਨਾਮ ਸਤ ਹੈ। ਮਹਾਰਾਜ ਜਪਜੀ ਸਾਹਿਬ 'ਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਦੇ ਨੇ, ਕਹਿੰਦੇ ਨੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਕਹਿੰਦੇ ਨੇ ਇੱਕ ਓੰਕਾਰ ਸਤਿਨਾਮ
दाता पुरख निर्भव निर्वैर अकाल मूरत। सतगुरु नानक देव सच्चे पातशाह अकाल पुरख की सिफत लिखते हैं। तो सतगुरु अंगद देव सच्चे पातशाह फिर आते ने सतगुरु नानक देव सच्चे पातशाह जी नूं भाई ये जिहड़ा सिफतां वाला गुरु है ये सानूं कित्थों मिल सकता है। तो गुरु नानक देव सच्चे पातशाह आते ने लैणिया गुरु प्रसाद। भाई जिन्नी देर गुरु प्रसाद नहीं ना मिलेगा उन्नी देर ये सिफतां वाला जेड़ा गुरु का पता नहीं लगेगा। ये सारिया सिफतां वाला गुरु कित्थों मिलेगा जो गुरु का प्रसाद मिलेगा। सानू भाव गुरु तो नाम की प्राप्ति होगी फिर असी उतों तक पहुँच सकते हैं जितों तक सतगुरु ने दसिया सिमरन करना चाहिए याद करके। सो जेड़े जेड़े भी ये नाम नू जप के जिन्होंने भी इस संसार च अपना नाम उच्चा किया है कथावां भरियां पईयां ने इतिहास विच। छोटी जी एक छोटा जिहा प्रमाण लैके आपां चलना है। गुरु तेग बहादुर सच्चे पातशाह गुरबाणी च आंदे ने इस बाबत कहंदे ने मन रे प्रभ की शरण विचारो जेह सिमरत गणकासी उदरी ताको जस गुर धारो अटल भयो ध्रुव जाकै सिमरन अर निर्भय पद पाया दुख हरता यह बिद को स्वामी तय काहे बिसराया। जब ही शरण गही कृपा नित गज ग्रह ते छूटा ते महिमा नाम कहाँ लो बरनो राम कहत बंधन ते टूटा। अजामन पापी जग जाने निमक पाए विस्तारा ते नानक कहत चेत चिंतावन तै भी पुत्रस पारा। ये जो हुण सतगुरु तेग बहादुर सच्चे पातशाह नाम की महिमा दसते हैं भी जिन्होंने नाम जपिया उन्होंने सारिया का नाम ये आया है। पर मनुख जड़ा मनमुखी सुभाव अपना इस संसार में लैके चलता है उन्होंने नहीं पता भी मैं संसार के आया तो मैं आन के नाम जपना है इस जन्म को सफला करना है। सतगुरु का जिस तरह हुक्म है उस तरह का इस जीवन को करना है। तो महात्मा उन्होंने समझाते हैं किस तरह कहते हैं ओ जी पापा नाल मैली जिंदगी राम नाम दे सगुण नाल बोला पापा नाल मैली जिंदगी राम नाम दे सगुण नाल बोला। सतगुरु तेग बहादुर सच्चे पातशाह ने गुरबाणी जिहड़ा शब्द आपने सामने पढ़िया है
ਜਿਨ੍ਹਾਂ ਨੇ ਵੀ ਨਾਮ ਜਪਿਆ ਉਹਨਾਂ ਦੇ ਸਾਰਿਆਂ ਦੇ ਨਾਮ ਆਏ ਨੇ। ਫਿਰ ਗੁਰਬਾਣੀ 'ਚ ਇੱਕ ਨਾਮ ਆਉਂਦਾ ਹੈ ਬਈ ਰਾਮ ਜਪੋ ਜੀ ਐਸੇ ਐਸੇ ਧਰੂਪ ਪ੍ਰਹਲਾਦ ਜਪਿਓ ਹਰ ਜੈਸੇ। ਧਰੂਪ ਪ੍ਰਹਲਾਦ 5 ਵਰ੍ਹਿਆਂ ਦਾ ਸੀ ਜਦੋਂ ਉਹਨੇ ਜਾ ਕੇ ਨਾਮ ਜਪਣਾ ਸ਼ੁਰੂ ਕੀਤਾ। ਐਡੀ ਛੋਟੀ ਜਿਹੀ ਉਮਰ 'ਚ ਨਾਮ ਜਪਣਾ ਕੋਈ ਖਾਲਾ ਜੀ ਦਾ ਕੰਮ ਨਹੀਂ। ਕੋਈ ਮਾਂ ਆਪਣੇ 5 ਸਾਲ ਦੇ ਬੱਚੇ ਨੂੰ ਛੱਡ ਕੇ ਤਾਂ ਵੇਖੇ, ਜਰਾ ਝਾਤੀਆਂ ਮਾਰ ਕੇ ਦੇਖੋ ਆਪਣੇ ਆਪ 'ਚ। ਉਸ ਮਾਤਾ ਨੇ 5 ਸਾਲ ਦਾ ਬੱਚਾ ਜੰਗਲ 'ਚ ਭੇਜਿਆ ਨਾਮ ਜਪਣ ਵਾਸਤੇ। ਕੈਸਾ ਸਮਾਂ ਸੀ ਉਹਨਾਂ ਸਮਿਆਂ 'ਚ। ਇੱਕ ਰਾਜਾ ਹੋਇਆ ਉਤਾਨਪਾਤ, ਉਹਦੀਆਂ 2 ਰਾਣੀਆਂ ਸਨ। ਇੱਕ ਦਾ ਨਾਂ ਸੀ, ਵੱਡੀ ਜਿਹੜੀ ਸੀ ਉਹਦਾ ਨਾਂ ਸੀ ਸੁਨੀਤੀ ਤੇ ਛੋਟੀ ਦਾ ਨਾਂ ਸੀ ਸੁਰੂਚੀ। ਸੁਨੀਤੀ ਦਾ ਪੁੱਤਰ ਸੀ ਜਿਹੜਾ ਉਹ ਧਰੂਪ ਸੀ, ਤੇ ਜਿਹੜੀ ਸੁਰੂਚੀ ਦਾ ਪੁੱਤਰ ਸੀ ਉਹ ਉੱਤਮ ਦੱਸਿਆ ਗਿਆ। ਬਹੁਤ ਪੁਰਾਤਨ ਕਥਾ ਹੈ, ਪਰ ਨਾਮ ਦੇ ਨਾਲ ਜੁੜਦੀ ਹੈ। ਨਾਮ ਜਪ ਕੇ ਭਗਤ ਧਰੂਪ ਪ੍ਰਹਲਾਦ ਨੇ ਦੁਨੀਆ ਨੂੰ ਵਿਖਾ ਦਿੱਤਾ ਬਈ ਨਾਮ ਦੇ ਕੀ ਲਾਭ ਨੇ ਤੇ ਜਪ ਕੇ ਤੇ ਕੀ ਕੁਝ ਪ੍ਰਾਪਤ ਹੁੰਦੀ ਹੈ, ਕਿੱਥੇ ਕਿੱਥੋਂ ਤੱਕ ਹਸਤੀਆਂ ਬਣ ਜਾਂਦੀਆਂ ਨੇ, ਕਿਹੜੇ ਕਿਹੜੇ ਦਰਜੇ ਮਿਲ ਜਾਂਦੇ ਨੇ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ 'ਚ ਲਿਖਦੇ ਨੇ, ਦੱਸਦੇ ਨੇ ਵੀ ਜਦੋਂ ਧਰੂਪ ਜਿਹੜਾ 5 ਸਾਲਾਂ ਦਾ ਹੋਇਆ ਤਾਂ ਫਿਰ ਕਿਸ ਤਰ੍ਹਾਂ ਦਾ ਉਦੋਂ ਫਿਰ ਉਹਨਾਂ ਸਮਿਆਂ 'ਚ ਕਾਰਾ ਵਰਤਿਆ। ਕਹਿੰਦੇ ਨੇ ਤੂੰ ਹਸਤਾ ਕਰ ਆਇਆ, ਤੂੰ ਹਸਤਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਜ਼ ਮਤਰਈ ਕੀਤਾ। 5 ਸਾਲਾਂ ਦਾ ਧਰੂਪ ਇੱਕ ਦਿਨ ਮਹਿਲਾਂ ਦੇ ਵਿੱਚ ਹੱਸਦਾ ਹੱਸਦਾ ਆਇਆ। ਘਰ ਆਇਆ ਤੇ ਆਣ ਕੇ ਵੇਖਿਆ ਵੀ ਦਰਬਾਰ ਲੱਗਾ, ਪਿਤਾ ਜੀ ਬੈਠੇ ਨੇ, ਹੋਰ ਸੰਗੀ ਸਾਥੀ ਜਿਹੜੇ ਉਹਨਾਂ ਦੇ ਦਰਬਾਰੀ ਬੈਠੇ ਨੇ। ਪੁੱਤਰ ਨੇ ਜਦੋਂ ਪਿਤਾ ਨੂੰ ਵੇਖਿਆ ਤੇ ਫਿਰ ਮਨ ਵਿੱਚ ਉਹ ਪਿਓ ਪੁੱਤਰ ਦਾ ਜਿਹੜਾ ਉਹ ਪਿਆਰ ਉਹ ਬਣਾ ਹੈ, ਉਹ ਬਣ ਗਿਆ ਬਈ ਮੈਂ ਪਹਿਲਾਂ ਪਿਤਾ ਨੂੰ ਜਾ ਕੇ ਮਿਲਾਂ। ਘਰ ਪਿਓ ਥੱਕਾ ਟੁੱਟਾ ਘਰ ਜਦੋਂ ਆਉਂਦਾ ਨਾ, ਪਿਓ ਪੁੱਤਰ ਦਾ ਉਹ ਵੇਖੋ ਕਿਸ ਤਰ੍ਹਾਂ ਦਾ ਦੱਸਿਆ ਗਿਆ। ਪੁੱਤਰ ਜਦੋਂ ਥੱਕਾ ਟੁੱਟਾ ਘਰ ਪਿਓ ਆਉਂਦਾ ਨਾ, ਭਾਵੇਂ ਜਿੰਨੀ ਮਰਜ਼ੀ ਥਕਾਵਟ ਹੋਏ, ਪੁੱਤਰ ਆਣ ਕੇ ਲੱਤਾਂ ਨਾਲ ਜਦੋਂ ਚਿਪਕ ਜਾਂਦਾ ਤੇ ਸਾਰੀ ਥਕਾਵਟ ਉਤਰ ਜਾਂਦੀ ਹੈ। ਪੁੱਤਰ ਜਦੋਂ ਕੰਨ ਤੇ ਚੜ ਜਾਂਦਾ ਤੇ ਹਿਰਦਾ ਸ਼ਾਂਤ ਹੋ ਜਾਂਦਾ, ਠੰਡਾ ਹੋ ਜਾਂਦਾ ਹੈ। ਐਸਾ ਪਿਓ ਦੇ ਪੁੱਤਰ ਦਾ ਪ੍ਰੇਮ ਦੱਸਿਆ ਗਿਆ ਸੰਸਾਰ ਦੇ ਵਿੱਚ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਜੰਗ 'ਚ ਲੜਦੇ ਲੜਦੇ ਸਿੱਖਾਂ ਨੇ ਬਦਾਵਾ ਜਦੋਂ ਲਿਖ ਕੇ ਦਿੱਤਾ ਨਾ, ਤੇ ਜਿੰਨੀ ਦੇਰ ਸਿੱਖ ਜਿਹੜੇ ਨੇ ਉਹ ਅੱਖਾਂ ਤੋਂ ਓਝਲ ਨਹੀਂ ਨਾ ਹੋ ਗਏ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ। ਭਾਵ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੰਡ ਨੂੰ ਵੀ ਵੇਖਦੇ ਰਹੇ ਨੇ, ਜਿੱਧਰ ਸਿੱਖ ਜਾਂਦੇ ਰਹੇ ਨੇ ਉਧਰ ਵੇਖਦੇ ਰਹੇ ਨੇ। ਪਰ ਜਦੋਂ ਅੱਖਾਂ ਤੋਂ ਓਝਲ ਹੋ ਗਏ ਨੇ ਸਿੱਖ, ਤਾਂ ਫਿਰ ਲੰਮਾ ਜਿਹਾ ਹੋਕਾ ਲੈ ਕੇ ਤੇ ਆਖਿਆ ਵੀ ਮੇਰੇ ਸਿੱਖ ਪੁੱਤਰ ਹੁਣ ਓਝਲ ਹੋ ਗਏ ਨੇ ਮੇਰੀਆਂ ਅੱਖਾਂ ਤੋਂ। ਇਹ ਪਿਓ ਦੇ ਪੁੱਤਰ ਦਾ ਮੋਹ ਦੱਸਿਆ ਸੰਸਾਰ ਦੇ ਵਿੱਚ ਕੈਸਾ ਮੋਹ ਹੈ। ਉਹ 5 ਸਾਲਾਂ ਦਾ
ਧਰੂਪ ਜਿਹੜਾ ਸੀ ਉਹ ਸਾਹਮਣੇ ਖੜਾ ਪਿਓ ਦੇ ਕੋਲ, ਪਰ ਜਾ ਨਹੀਂ ਹਜੇ ਰਿਹਾ। ਵੇਖਣ ਡਿਆ ਵੀ ਪਿਓ ਮੇਰਾ ਸਾਹਮਣੇ ਹੈ, ਜੀ ਕਰਦਾ ਪਿਆ। ਤੇ ਜਾ ਜਦੋਂ ਬਹੁਤਾ ਅੰਦਰੋਂ ਪ੍ਰਬਲ ਹੋਈ ਗਈ ਇੱਛਾ, ਤੇ ਭੱਜ ਕੇ ਜਾ ਕੇ ਤੇ ਪਿਓ ਦੇ ਕੋਲ ਖੜਾ ਹੋ ਗਿਆ। 5 ਸਾਲ ਦੇ ਰਾਜਕੁਮਾਰ ਧਰੂ ਨੇ ਜਦੋਂ ਦਰਬਾਰ 'ਚ ਚਲਾ ਗਿਆ ਤੇ ਜਾ ਕੇ ਪਿਤਾ ਦੇ ਕੋਲ ਕੁਰਸੀ ਦੇ ਨਾਲ ਉਹਦੀ ਲੱਤ ਨੂੰ ਫੜ ਕੇ ਤੇ ਖੜਾ ਹੋ ਗਿਆ। ਅੰਦਰੋਂ ਮੋਹ ਜਾਗਿਆ ਪਿਤਾ ਦਾ। ਕਹਿੰਦੇ ਨੇ 5 ਸਾਲ ਦਾ ਧਰੂ ਦਰਬਾਰ ਅੰਦਰ ਦਰਸ਼ਨ ਪਿਤਾ ਦਾ ਕਰਨ ਪਧਾਰਿਆ ਏ। ਮੋਤੀ ਲੈ ਲਿਆ ਰਾਜੇ ਨੇ ਜਦੋਂ ਬਾਲਕ ਤੇ ਪਾਠ ਆ ਕੇ ਪਿਤਾ ਜੀ ਉਚਾਰਿਆ। ਜਦੋਂ ਜਾ ਕੇ ਕੋਲ ਖੜਾ ਨਾ ਤਾਂ ਫਿਰ ਵੇਂਦਾ ਪਿਤਾ ਦੇ ਨਾਲ ਅੱਖ ਦੇ ਨਾਲ ਅੱਖ ਜਦੋਂ ਮਿਲਾਈ ਤੇ ਫਿਰ ਆਵਾਜ਼ ਮਾਰੀ, ਪਿਤਾ ਜੀ। ਜਦੋਂ ਪਿਤਾ ਜੀ ਨੂੰ ਆਵਾਜ਼ ਮਾਰੀ ਤੇ ਫਿਰ ਅੰਦਰੋਂ ਹਿਰਦਾ ਫਿਰ ਜਿਹੜਾ ਉਹ ਹੁਸ਼ਿਆਰੀ 'ਚ ਆ ਗਿਆ, ਉਹ ਜਾਗ ਪਿਆ। ਫਟਾਫਟ ਚੁੱਕ ਕੇ ਬਾਲਕ ਨੂੰ ਤੇ ਫਿਰ ਗੋਦੀ ਦੇ ਵਿੱਚ ਬਿਠਾਇਆ ਉਹਨੇ। ਰਾਜੇ ਉਤਾਨਪਾਦ ਨੇ ਨਾਲ ਇੱਕ ਰਾਣੀ ਉਹਦੀ ਬੈਠੀ ਸੀ, ਜਿਹੜੀ ਛੋਟੀ ਰਾਣੀ ਸੀ ਸੁਰੀਜੀ। ਕਹਿੰਦੇ ਨੇ ਜਲ ਬਲ ਗਈ ਏ ਮਤਰਈ ਮਾਂ, ਧੂ ਨੂੰ ਭੁਆ ਕੇ ਦਸਤੋਂ ਉਚਾਰਿਆ ਏ। ਜਾ ਦੂਰ ਹੋ ਜਾ ਪੁੱਤਰ ਭਾਗਣੀ ਦਾ, ਕਹਿ ਕੇ ਝੱਟ ਥੱਪੜ ਮੂੰਹ ਤੇ ਮਾਰਿਆ ਏ। ਜਦੋਂ ਉਹਨੇ ਵੇਖਿਆ ਨਾ ਵੀ ਧੂ ਪਿਤਾ ਦੀ ਗੋਦ ਵਿੱਚ ਬਹਿ ਗਿਆ ਤੇ ਫਟਾਫਟ ਸਰਦੀ ਬਲਦੀ ਉੱਥੋਂ ਉੱਠੀਏ, ਬਾਂਹ ਤੋਂ ਫੜਿਆ ਤੇ ਭੁਆ ਕੇ ਥੱਲੇ ਮਾਰਿਆ ਤੇ ਜਦ ਦਫਾ ਹੋ ਜਾਏ ਤੋ ਕਿਸ ਭਾਗਣੀ ਦਾ ਤੂੰ ਪੁੱਤਰ ਹੈ। ਤੇ ਭੁਆ ਕੇ ਉਹ ਥੱਪੜ ਥੱਲੇ ਮਾਰਿਆ ਤੇ ਹੁਣ ਤੂੰ ਥੱਲੇ ਡਿੱਗ ਪਿਆ। 5 ਸਾਲਾਂ ਦਾ ਬਾਲਕ ਕਿੱਡਾ ਹੁੰਦਾ। ਫਿਰ ਉਹ ਆਖਦੀ ਹੈ ਕਿ ਮੇਰੀ ਕੁੱਖੋਂ ਜੇ ਹੁੰਦਾ ਤੂੰ ਸੋਹਣਿਆ ਵੇ, ਤੈਨੂੰ 100 ਲਾਡ ਲੜਾਉਂਦੀ ਮੈਂ, ਅੱਜ ਪਿਤਾ ਦੀ ਗੋਦ ਲਈ ਨਹੀਂ ਬੈਠ ਦਿੱਤਾ ਤੇ ਫਿਰ ਪਿਤਾ ਦੇ ਮੋਢੇ ਬਿਠਾਉਂਦੀ ਹੈ। ਬਈ ਜੇ ਤੂੰ ਮੇਰੀ ਕਿਤੇ ਪੇਟੋਂ ਜੰਮਿਆ ਹੁੰਦਾ ਤੇ ਮੈਂ ਪਿਤਾ ਦੀ ਤੇ ਘਰ ਛੱਡ ਮੈਂ ਤੈਨੂੰ ਮੋਢਿਆਂ ਤੇ ਬਿਠਾਉਣਾ ਸੀ, ਭਾਵੇਂ ਤੂੰ ਪਿਓ ਦੀ ਪੱਗ ਵੀ ਲਾ ਦਿੰਦਾ ਤਾਂ ਵੀ ਕਿਸੇ ਦੀ ਕੀ ਜ਼ਰੂਰਤ ਸੀ ਬਈ ਉਹ ਤੈਨੂੰ ਕੁਝ ਕਹਿ ਦਿੰਦਾ। ਬਾਲਕ ਹੁਣ ਥੱਲੇ ਡਿੱਗਿਆ ਲੰਮਾ ਪਿਆ, ਅੱਖਾਂ ਤੋਂ ਉੱਥੋਂ ਆਣ ਰਹੇ ਨੇ। ਤੇ ਜਦੋਂ ਬਾਲਕ ਦਾ ਕੀ ਸੁਭਾਅ ਦੇਖਿਆ, ਆਮ ਘਰਾਂ 'ਚ ਤੁਸੀਂ ਦੇਖਿਆ ਹੀ ਹੋਏਗਾ ਵੀ ਜਦੋਂ ਮਾਂ ਮਾਰਦੀ ਹੈ ਨਾ ਪੁੱਤਰ ਨੂੰ ਤੇ ਫਿਰ ਪੁੱਤਰ ਪਿਓ ਵੱਲ ਵੇਖਦਾ ਵੀ ਹੁਣ ਮੈਨੂੰ ਛਡਾ ਲੈ, ਤੇ ਜੇ ਪਿਓ ਮਾਰੇ ਪੁੱਤਰ ਨੂੰ ਤੇ ਫਿਰ ਮਾਂ ਵੱਲ ਭੱਜਦਾ ਵੀ ਹੁਣ ਮੈਨੂੰ ਪਿਓ ਨੂੰ ਛਡਾ ਲੈ। ਹੁਣ ਇੱਥੇ ਮਤਰਈ ਮਾਂ ਮਾਰਨ ਲਈ ਇਹ ਪਿਓ ਸਾਹਮਣੇ ਬੈਠਾ ਹੈ, ਪਰ ਪਿਓ ਛਡਾ ਨਹੀਂ ਪਾ ਰਿਹਾ। ਨਜ਼ਰਾਂ ਨਾਲ ਹੀ ਉਹ ਦੱਸਣ ਡਿਆ ਬਈ ਮੈਂ ਤੈਨੂੰ ਛਡਾ ਨਹੀਂ ਸਕਦਾ, ਇਹਦੇ ਤੋਂ ਮੈਂ ਬੜਾ ਹਸਰਤ ਭਰੀ ਨਜ਼ਰ ਨਾਲ ਉਹਦੇ ਵੱਲ ਵੇਖਦਾ ਪਿਆ ਧਰੂਪ, ਪਰ ਪਿਓ ਨਹੀਂ ਛਡਾ ਪਾ ਰਿਹਾ। ਪੁੱਤਰ ਹੁਣ ਰੋਂਦਾ ਰੋਂਦਾ ਤੇ ਫਿਰ ਹੁਣ ਮਾਂ ਕੋਲ ਹੀ ਜਾਣਾ ਸੀ ਨਾ, ਆਖਰ ਜਿਹੜੀ ਅਸਲੀ ਮਾਂ ਸੀ। ਮਤਰਈ ਮਾਂ ਨੇ ਮਾਰਿਆ ਸੀ, ਪਿਓ ਸਾਹਮਣੇ ਬੈਠਾ, ਉਹ ਕੁਝ ਕਰ ਨਹੀਂ ਰਿਹਾ, ਤੇ ਹੁਣ ਮਤਰਈ ਮਾਂ ਕੋਲ ਹੀ ਜਾਣਾ ਸੀ ਨਾ। ਉਸ ਵਕਤ ਜਿਹੜੀ ਮਤਰਈ ਮਾਂ ਨੇ ਤੇ ਮਾਰਿਆ, ਉੱਥੇ ਤੇ ਕੋਈ ਇਹਦੀ ਚਾਰਾ ਚੱਲਿਆ ਨਹੀਂ, ਤੇ ਹੁਣ ਫਿਰ ਮਹਿਲਾਂ ਵੱਲ ਚੱਲਿਆ, ਅਸਲੀ ਮਾਂ ਵੱਲ। ਜਿਹੜਾ ਮਾਂ ਨੂੰ ਮਿਲਣ ਚੱਲਿਆ ਰੋਂਦਾ ਹੋਇਆ, ਮਾਂ ਆਪਣੀ ਨੂੰ ਮਿਲਣ, ਧਰੂ ਬਾਲਕ ਰੋਂਦਾ ਸਿਸਕੀਆਂ ਭਰਦਾ ਰਵਾਨ ਹੋਇਆ। ਆਵਾਜ਼ ਸੁਣ ਮਾਂ ਦੌੜ ਕੇ ਚੁੰਮ ਬੋਲੀ, ਕਿਉਂ ਰੋਂਦਾ ਏ, ਕੀ ਮੇਰੀ ਜਾਨ ਹੋਇਆ। ਜਦੋਂ ਮਾਂ ਦੀਆਂ ਮਹਿਲਾਂ ਵੱਲ ਜਾਣ ਡਿਆ ਸੀ ਤੇ ਮਾਂ ਨੇ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਮਾਂ ਜਿਹੜੀ ਆਪਣੇ ਪੁੱਤਰ ਦੀ ਆਵਾਜ਼ ਜਿਹੜੀ ਹੈ ਨਾ ਬੜੀ ਜਲਦੀ ਸੁਣ ਲੈਂਦੀ ਹੈ।
ਤੁਸੀਂ ਆ ਇੱਥੇ ਵੱਡਾ ਸਾਰਾ ਪਰਦਾ ਦੇ ਦਿਓ ਵਿੱਚ, ਇੱਕ ਪਾਸੇ 100 ਮਾਵਾਂ ਬਿਠਾ ਦਿਓ, ਇੱਕ ਪਾਸੇ 100 ਪੁੱਤਰ ਬਿਠਾ ਦਿਓ। ਜਿਹੜਾ ਪੁੱਤਰ ਵੀ ਰੋਵੇਗਾ ਫਟਾਫਟ ਮਾਂ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਪੁੱਤਰ ਰੋ ਰਿਹਾ। ਯਾਰ ਨੂੰ ਯਾਰ ਦਾ ਪਤਾ ਲੱਗ ਜਾਂਦਾ ਵੀ ਮੇਰੇ ਯਾਰ ਦੀ ਆਵਾਜ਼ ਹੈ, ਤੇ ਗੁਰੂ ਨੂੰ ਸਿੱਖ ਦਾ ਪਤਾ ਲੱਗ ਜਾਂਦਾ ਵੀ ਮੇਰੇ ਗੁਰੂ ਦੀ ਆਵਾਜ਼ ਹੈ, ਤੇ ਸਿੱਖ ਨੂੰ ਵੀ ਪਤਾ ਲੱਗ ਜਾਂਦਾ ਵੀ ਮੇਰੇ ਸਿੱਖ ਦੀ ਆਵਾਜ਼ ਹੈ। ਆਵਾਜ਼ ਇੱਕ ਐਸੀ ਹੈ ਜਿੱਥੇ ਪ੍ਰੇਮ ਤੇ ਮੋਹ ਬਣਿਆ ਹੁੰਦਾ ਹੈ, ਉੱਥੇ ਫਟਾਫਟ ਇਹ ਪਹਿਚਾਨੀ ਜਾਂਦੀ ਹੈ। ਜੰਗ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਂ ਸਿੰਘ ਨੂੰ ਚੁੱਕ ਕੇ ਗੋਦੀ ਤੇ ਬਿਠਾਇਆ ਤੇ ਜੇਬ ਚੋਂ ਰੁਮਾਲ ਕੱਢਿਆ ਤੇ ਪਾਣੀ ਪਾ ਕੇ ਉਹਦੇ ਮੂੰਹ 'ਚ ਪਾਇਆ ਤੇ ਪਾ ਕੇ ਫਿਰ ਆਖਿਆ, ਮਾਂ ਸਿੰਘਾ ਖੋਲ ਆਂਖੇ ਦੇਖ जरा कुछ लब कसाई कर, मैं आया हूँ तेरी खातर मेरे बेटा रिसाई कर। तू है लश्के जिगर मेरा, मैं हूँ जाऊं फिदा तुझ पर, तमन्ना जो तेरे दिल की सो कह के असनाई कर। सतगुरु गोबिंद सिंह सच्चे पातशाह आवाज लगाई, महासिंगा। जो मां सिंह के कान च आवाज पई, बेहोश पिया सी, ਜ਼ਖਮੀ ਹੋਇਆ ਪਿਆ ਸੀ। ਜਦੋਂ ਆਵਾਜ਼ ਪਈ ਕੰਨ 'ਚ ਤੇ ਆਹਾ ਪਤਾ ਲੱਗ ਗਿਆ ਵੀ ਇਹ ਆਵਾਜ਼ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਲੱਗਦੀ ਹੈ। ਨੇਤਰ ਬੰਦ ਨੇ, ਫਿਰ ਵੀ ਜਦੋਂ ਆਵਾਜ਼ ਸੁਣੀ ਤਾਂ ਮਨ ਫਿਰ ਇੱਕਦਮ ਹਰਕਤ 'ਤੇ ਆ ਗਿਆ। ਆਵਾਜ਼ ਸੁਣੀ, ਅੱਖਾਂ ਖੋਲੀਆਂ ਤਾਂ ਵੇਖਿਆ मैं गोदी सतगुरु गोबिंद सिंह सच्चे पातशाह जी की गोदी च पिया होया। वाह मेरे दातार, वाह मेरे दातार। मैंने भी ये की तुसां ते बड़ी कृपा की, असां ते तुहानूं पतावे लिख के दिते सन सारियां ने, ते तुहाडा ते बहुत वड्डा जीव है जिहड़ा फिर भी सानूं अपनी गोदी विच बिठाया। तां फिर सतगुरु गोबिंद सिंह सच्चे पातशाह आते ने, कहते ने, मां सिंगा मंग लै कुछ, मैं तेरे ते राजी हाँ, मंग लै। खुली आंखें इशारे से झुकाकर शीश को बोला, तमन्ना है दिल की बदावे की सफाई कर। हुण आंदा है सतगुरु गोबिंद सिंह सच्चे पातशाह नूं, सच्चे पातशाह भई वो जिहड़ा बदावा असां लेके दिता सी ना, वो पाड़ दिओ तुसीं। सतगुरु गोबिंद सिंह सच्चे पातशाह आखदे ने भी वो छोटे ਜਿਹੇ कागज पिछे तू इन्ना परेशान ना हो, ओदी ना तू चिंता कर। मां सिंह कहदा नहीं महाराज, अगे भी तुसीं सानू माया दे जाल च फसा के ते उन्हां भरमां नूं माया च ऐसा भरमाता, सानू पता ही नहीं लगा ते असां बदावे लेके मेरे नाल जड़ियां 39 रूहां मैनू कलियां छड्ड के गईयां होईयां दरगाह च, उन्होंने कोई वड़न नहीं देण दिया ते मैनू आंदे पए ने भई तू किते भुलेखे च ना रह जाई, कलगीधर तो मंजूरी लै फटाफट ते साडे वास्ते भी ते तां साडे दरगाह वास्ते साडा दरवाजा खोलना। आंदा सच्चे पातशाह वो बदावा जिहड़ा वो कट के पाड़ो। तो फिर सतगुरां ने उसकी सुनी, वो बदावा कटिया ते कट के फिर बदावा कटिया ते फिर आख्या भी मां सिंगा देखी फिर आत नहीं हैगा। मां सिंह आख्या भी सच्चे पातशाह दूरों नहीं पता लगता, मैनू लागे विखावो किते फिर माया का मोह पा के किते होर ही ना कोई कागज करवा लियो ते फिर असीं फसे रह जाएंगे। तो बदावा कट के फिर सतगुरां ने उहदे सामने फिर पाड़िया।
ਉਹ ਜੀ ਕੱਢ ਕੇ ਬਦਾਵਾ ਫਾੜਿਆ ਜਦੋਂ 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 ਕੱਢ ਕੇ ਫਿਰ ਉੱਥੇ ਪਾੜਿਆ ਤਾਂ ਫਿਰ ਮੀਆਂ ਸਿੰਘ ਮਹਾ ਸਿੰਘ ਜਿਹੜਾ ਫਿਰ ਜੈਨ ਦੀ ਸਾਂਸ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੋਦੀ ਵਿੱਚ ਸੁੱਤਾ ਹੈ। ਕਹਿਣ ਦਾ ਭਾਵ ਮੈਂ ਗੱਲ ਕਰ ਰਿਹਾ ਸਾਡੀ ਆਵਾਜ਼ ਮਾਂ ਪੁੱਤਰ ਦੀ ਆਵਾਜ਼ ਬੜੀ ਜਲਦੀ ਪਛਾਣਦੀ ਹੈ। ਯਾਰ ਦੀ ਆਵਾਜ਼ ਬੜੀ ਜਲਦੀ ਪਛਾਣਦਾ ਹੈ। ਗੁਰੂ ਸਿੱਖ ਦੀ ਆਵਾਜ਼ ਬੜੀ ਜਲਦੀ ਪਹਿਚਾਣਦਾ ਹੈ ਤੇ ਸਿੱਖ ਗੁਰੂ ਦੀ ਆਵਾਜ਼ ਬੜੀ ਜਲਦੀ ਪਹਿਚਾਣਦਾ। ਮਾਂ ਨੇ ਹੁਣ ਜਦੋਂ ਆਵਾਜ਼ ਸੁਣੀ ਬਈ ਤੂੰ ਰੋਂਦਾ ਇੱਧਰ ਆਉਂਦਿਆ ਤੇ ਚੱਕ ਕੰਮ ਕਾਰ ਜਿਹੜਾ ਕਰਦੀ ਪਈ ਸੀ ਛੱਡ ਕੇ ਤੇ ਫਿਰ ਫਟਾਫਟ ਬਾਹਰ ਨੂੰ ਦੌੜੀ ਆਣ ਕੇ ਫਿਰ ਵੇਖਿਆ ਵੀ ਸਾਹਮਣੇ ਧਰੂ ਰੋਂਦਾ ਆਉਂਦਿਆ ਤੇ ਆਂਦੀ ਏ ਮਾਂ ਆਪਣੀ ਦੇ ਮਿਲਣ ਨੂੰ ਧਰੂ ਬਾਲਕ ਰੋਂਦਾ ਸਿਸਕੀਆਂ ਭਰਦਾ ਰਵਾਨ ਹੋਇਆ। ਆਵਾਜ਼ ਸੁਣ ਮਾਂ ਦੌੜ ਕੇ ਚੁੱਪ ਬੋਲੀ ਕਿਉਂ ਰੋਂਦਾ ਹੈ ਕਿ ਮੇਰੀ ਜਾਨ ਹੋਇਆ। ਜਦੋਂ ਵੇਖਿਆ ਨਾ ਵੀ ਆਹ ਹਾਲਾਤ ਬਣੇ ਨੇ ਧਰੂ ਦੇ ਤਾਂ ਫਿਰ ਅੱਗੋਂ ਆਂਦੀ ਏ ਵੇਖੋ ਕੀ ਗੋਰੇ ਗੋਰੇ ਮੁਖ ਉੱਤੇ ਪੰਜੇ ਉਂਗਲਾਂ ਦਾ ਕੀ ਨਿਸ਼ਾਨ ਹੋਇਆ। ਵੇ ਬੇਟਾ ਕਿਹੜੇ ਬੇਦਰਦੀ ਨੇ ਤੈਨੂੰ ਮਾਰਿਆ ਏ ਜਿਹੜਾ ਮੁਖਰਾ ਲਹੂ ਲੋਹਾਨ ਹੋਇਆ। ਬੱਚਾ ਹੁਣ ਸਾਹਮਣੇ ਖੜਾ ਮਾਂ ਪੁੱਛਦੀ ਏ ਵੇ ਕੀ ਗੱਲ ਹੋ ਗਈ ਕਿਹੜੇ ਬੇਦਰਦੀ ਨੇ ਤੈਨੂੰ ਐਸਾ ਮਾਰਿਆ। ਮੁਖ ਗੋਰੇ ਗੋਰੇ ਮੁਖ ਨੂੰ ਲਹੂ ਲੋਹਾਨ ਕਰਕੇ ਰੱਖ ਦਿੱਤਾ ਹੈ। ਬਾਰ ਬਾਰ ਪੁੱਛਣ ਤੇ ਤਾਂ ਫਿਰ ਧਰੂ ਨੂੰ ਦੱਸਦਾ ਹੈ। ਮਾਤਾ ਨੇ ਬਾਰ-ਬਾਰ ਪੁੱਛਣ ਤੋਂ ਅੱਗੇ ਧਰੂ ਨੇ ਆਖਿਆ ਮਾਂ ਛੋਟੀ ਕੇਵਲ ਇਸ ਕਸੂਰ ਤੋਂ ਕੁੱਟਿਆ ਏ ਕਿ ਤੂੰ ਪੁੱਤ ਹੈ ਕਿਸੇ ਭਾਗਣੀ ਦਾ ਪੰਜੇ ਭੁੰਜੇ ਪਿਤਾ ਦੀ ਗੋਦ ਵਿੱਚੋਂ ਸੁੱਟਿਆ ਏ। ਉਹਨੇ ਦੱਸਿਆ ਵੀ ਮੈਂ ਕਿਸੇ ਦੀ ਚੋਰੀ ਨਹੀਂ ਕੀਤੀ, ਮੈਂ ਕਿਸੇ ਨੂੰ ਕੋਈ ਗਾਲ ਨਹੀਂ ਕੱਢੀ, ਮੈਂ ਕਿਸੇ ਨੂੰ ਕੋਈ ਅਪਸ਼ਬਦ ਨਹੀਂ ਆਖਿਆ, ਪਰ ਇੰਨੀ ਕੁ ਗੱਲ ਬਈ ਮੈਂ ਆਪਣੇ ਪਿਤਾ ਦੀ ਗੋਦੀ ਵਿੱਚ ਜਾ ਕੇ ਬੈਠਾ ਸਾਂ ਤੇ ਛੋਟੀ ਮਾਂ ਨੇ ਮੈਨੂੰ ਬਾਹੋਂ ਫੜ ਕੇ ਘੁਮਾ ਕੇ ਬਾਹਰ ਥੱਲੇ ਸੁੱਟਿਆ ਤੇ ਨਾਲ ਥੱਪੜ ਮਾਰਿਆ। ਮਾਂ ਜਿਹੜੀ ਸੀ ਉਹ ਹੁਣ ਛਤਰਾਣੀ ਸੀ, ਉਹ ਵੀ ਆਖਰ ਰਾਜਿਆਂ ਦੀ ਕੁੜੀ ਸੀ। ਗੁੱਸੇ ਨਾਲ बोली मां तम तमा आख्या क्यों आयो मेरे पास निरादर सहार बेटा चंगा होसी कि उथे ही मर जानो छुरी अपने कालजे मार बेटा। तो तू छतरियां दा बेटा हो के
मेरा पुत्र हो के ते तू अपना नरादर करा के ते मेरे कोल आ गया, चंगा हुंदा उत्थे ही अपने काल दी छुरी मारदा ते मैं सब नूं आख ते सकदी सां कि मेरा बेटा जिहड़ा अणख दे नाल उत्थे मरिया। तेनू सभा च पुत्र भागणी दा छोटी राणी ने कहा, मगार बेटा लाल छੱਡ हुण वेखे जग सारा, किदी जित ते किदी हार बेटा। मां हुण जिहड़ी है ਉਹਨੂੰ ਦੱਸਣ ਲੱਗੀ ਏ, ਉਪਦੇਸ਼ ਦਿੰਦੀ ਏ, ਕਹਿੰਦੀ ਵੇ ਤੂੰ ਕੀ ਜਾਣਦਾ ਏ ਮਾਵਾਂ ਦੇ ਦੁੱਖ ਬਾਵਾ, ਕੀ ਜ਼ਫਰ ਮਾਵਾਂ ਨਿਤ ਜਾਂਦੀਆਂ ਨੇ, 100 ਵਾਰ ਦਿਹਾੜੀ 'ਚ ਮਰਦੀਆਂ ਨੇ ਤੇ 100 ਵਾਰ ਦਿਹਾੜੀ 'ਚ ਜਿਉਂਦੀਆਂ ਨੇ। ਪੁੱਤਰਾਂ ਵਾਸਤੇ ਖੂਹਾਂ ਵਿੱਚ ਜਾਲ ਪਾਵਣ, ਪੁੱਤਰਾਂ ਲਈ ਦਰਿਆਵਾਂ ਵਿੱਚ ਤਰਦੀਆਂ ਨੇ। ਜਾਣਨ ਹਾਰ ਬ੍ਰਹਮਾ ਵੀ ਜਾਣਦਾ ਨਹੀਂ ਕੀ ਦੁੱਖ ਮਾਵਾਂ ਨਿਤ ਜਰਦੀਆਂ ਨੇ। ਪਰ ਤੂੰ ਕੀ ਜਾਣਦਾ ਏ ਬਈ ਮਾਵਾਂ ਦਾ ਦੁੱਖ ਕਿਸ ਤਰ੍ਹਾਂ ਦਾ ਹੁੰਦਾ ਹੈ। ਘੜੀ ਪਲ ਵੀ ਚੈਨ ਨਹੀਂ ਰੋਣ ਦਿੰਦਾ ਪਿਆਰ ਪੁੱਤਰਾਂ ਦਾ। ਘੜੀ ਪਿਆਰ ਪੁੱਤਰਾਂ ਦਾ ਬੁਰੀ ਵਾਰਾ ਪਾਵਾ, ਮੋਈ ਹੋਈ ਮਾਂ ਦੀ ਮੜੀ ਚੋਂ ਆਵਾਜ਼ ਆਵੇ ਤੇ ਲੱਗੇ ਪੁੱਤਰ ਨੂੰ ਨਾ ਤੱਤੀ ਪਾਵਾ। ਮਾਂ ਦਾ ਸੁਭਾਅ ਦੱਸਿਆ ਵੀ ਮਾਂ ਦਾ ਕਿਸ ਤਰ੍ਹਾਂ ਦਾ ਸੁਭਾਅ ਹੁੰਦਾ ਪੁੱਤਰ ਦੇ ਪ੍ਰਤੀ। ਮੋਈ ਹੋਈ ਮਾਂ ਨਹੀਂ ਆਖੇਗੀ ਬਈ ਮੇਰੇ ਪੁੱਤਰ ਨੂੰ ਕੋਈ ਮਾਂ ਨਾ ਲੱਗੇ ਤੱਤੀ ਕਦੀ ਵੀ ਕਿਸੇ ਵੇਲੇ। ਝਿੜਕਦੀ ਏ ਤਾਂ ਫਿਰ ਜਦੋਂ ਵੇਖਿਆ ਵੀ ਮਤਰੇਈ ਮਾਂ ਨੇ ਮਾਰਿਆ, ਪਿਓ ਨੇ ਕੁਝ ਨਹੀਂ ਕੀਤਾ, ਮੇਰੇ ਕੋਲ ਆਇਆ ਮੈਂ ਵੀ ਝਿੜਕ ਦਿੱਤਾ, ਤੇ ਫਿਰ ਮਾਂ ਦਾ ਦਿਲ ਆਖਰ ਤੁਸੀਂ ਜਾਣਦੇ ਹੋ ਮਾਂ ਕੋਲ ਹੀ ਹੁੰਦਾ ਹੈ। ਮਾਂ ਦਾ ਦਿਲ ਕਿਸੇ ਦੇ ਵਰਗਾ ਨਹੀਂ ਬਣ ਸਕਦਾ। ਮਾਂ ਹੁਣ ਸੋਚਦੀ ਹੈ ਵੀ ਮੈਂ ਝਿੜਕਣ ਨਹੀਂ ਆ, ਵੀ ਮੇਰੇ ਤੋਂ ਬਾਅਦ ਹੁਣ ਜਾਏਗਾ ਕਿੱਥੇ, ਕੀ ਕਰੇਗਾ। ਘੁੱਟ ਕੇ ਜੱਫੀ ਪਾ ਲੈਂਦੀ ਬੱਚੇ ਨੂੰ, ਤੇ ਜਦੋਂ ਜੱਫੀ ਪਾ ਲੈਂਦੀ ਤੇ ਬੱਚੇ ਨੂੰ ਫਿਰ ਬੜਾ ਹੌਸਲਾ ਹੁੰਦਾ ਹੈ, ਤਰਾਸ ਮਿਲਦੀ ਹੈ ਬੱਚੇ ਨੂੰ ਵੀ, ਕਿਉਂਕਿ ਸਾਰੇ ਪਾਸੋਂ ਝਟਕਾ ਪੈ ਗਈਆਂ ਸਨ। ਜਦੋਂ ਥੋੜੀ ਤਰਾਸ ਦੇਣੀ ਤੇ ਮਾਂ ਨੂੰ ਆਂਦਾ ਵੀ ਮਾਤਾ ਬਈ ਮੈਨੂੰ ਮੇਰੇ ਮਾਰਨ ਦਾ ਉਹਨਾਂ ਦੁੱਖ ਨਹੀਂ, ਪਰ ਉਹਨਾਂ ਤੈਨੂੰ ਵੀ ਅਭਾਗਣੀ ਆਖਿਆ ਵੀ ਤੂੰ ਕਿਹੜੇ ਅਭਾਗਣੀ ਦਾ ਬੇਟਾ ਹੈ। ਜੇ ਇਸ ਗੋਦੀ ਵਿੱਚ ਬੈਠਣਾ ਤਾਂ ਫਿਰ ਮੇਰੀ ਕੁੱਖੋਂ ਤੂੰ ਜਨਮ ਲੈਣਾ ਸੀ। ਛੋਟੀ ਮਾਂ ਦੀ ਮਤਰੇਈ ਮਾਂ ਜਿਹੜੀ ਹੈ, ਤਾਂ ਫਿਰ ਮਾਂ ਨੂੰ ਪੁੱਛਦਾ ਹੁਣ ਮਾਂ ਆਪਣੀ ਨੂੰ ਪੁੱਛਦਾ ਬਈ ਤੂੰ ਰਾਣੀ ਹੈ ਕਿ ਗੋਲੀ ਹੈ ਆਪਣੇ ਮੇਰੇ ਬਾਪ ਦੀ, ਮੈਨੂੰ ਦੱਸ ਦੇ ਸਹੀ ਬਈ ਕਿਉਂ ਮੈਨੂੰ ਮਾਰਿਆ ਗਿਆ। ਮੈਨੂੰ ਜੇ ਤੂੰ ਰਾਣੀ ਹੈ ਤਾਂ ਫਿਰ ਮੇਰਾ ਗੋਦੀ 'ਚ ਬਹਿਣ ਦਾ ਹੱਕ ਸੀ, ਮੈਨੂੰ ਬਹਿਣਾ ਚਾਹੀਦਾ ਸੀ, ਮੈਨੂੰ ਨਹੀਂ ਸੀ ਥੱਲੇ ਪੁੱਜੇ ਸੁੱਟਣਾ ਚਾਹੀਦਾ। ਪਰ ਜੇ ਤੂੰ ਰਾਣੀ ਹੈ ਗੋਲੀ ਹੈ ਤਾਂ ਫਿਰ ਮੇਰਾ ਕੋਈ ਹੱਕ ਹੀ ਨਹੀਂ ਬਣਦਾ, ਤੇ ਮੈਂ ਕਿਉਂ ਇਹਨਾਂ ਡੰਗਰਾਂ 'ਚ ਪਵਾਂ। ਤੇ ਪੁੱਛਦਾ ਮਾਂ ਨੂੰ ਉਹ ਤੂੰ ਰਾਣੀ ਹੈ ਕਿ ਗੋਲੀ ਮੇਰੇ ਬਾਪ ਦੀ, ਸੱਚ ਦੱਸ ਮਾਤਾ ਮੇਰੀ, ਤੂੰ ਰਾਣੀ ਹੈ ਕਿ ਗੋਲੀ ਮੇਰੇ ਬਾਪ ਦੀ, ਸੱਚ ਦੱਸ ਮਾਤਾ Thank you.
भाव रानी है कि बोली है। भगत भगत गुरदास जी अपनी वारा च लिखते हैं, कहते ने डडो हुलका मां पुछा, डडो हुलिका मां पुछा तू सुहानी है कि सुरीता। भाई मां होके भरदा होया मां नूं पुछदा भाई मैनू दस तू रानी है कि बोली है। मां कहती भी सुहानी है जन्म दी, नाम ना भगति कर्म गणिता। कहती है तो मैं रानी हाँ, पर मैं शायद मैनू लगता है जीवन च कोई चंगा कर्म नहीं किया, कोई भगती वाला कर्म नहीं किया। पर तू बच्चा घबरा ना, घबरा ना। माता नूं माता जिहड़ी है बच्चे नूं उपदेश देती है, कहती है पैरां विच तेनू जिस सुटिया है तेरे चरनां च झुका दूंगी मैं। जिन्ना हाथां ते थप्पड़ लगाए तेनू हाथ बन प्रणाम करवा दूंगी मैं। सीधा चुका के फर्श फर्श उते वांग चंद दे तेनू चमका दूंगी मैं। तू घबरा ना बच्चा, जिन्ना हाथां ने तेनू थप्पड़ मारिया ना, जे फड़ के सुटिया ना, हाथ बन तेरे सामने मैं खड़ी करवा देंगी। पर तू एक गल मेरी मानदा बच्चा, भगत ध्रुव हुण कहंदा भी की गल माता। कहंदी आ तन दा करा मैं हाल बच्चा, शाही कपड़े ला के परे कर दे, तैनू श्रोमणी करा ਚੱਜਦਾ ਤੇ ਤੂੰ ਮਾਂ ਭਾਗਣੀ ਨੂੰ ਭਾਗ ਪਾਈ ਕਰ ਦੇ। ਮਾਤਾ ਕਹਿੰਦੀ ਵੀ ਉਹ ਮੈਨੂੰ ਉਹ ਭਾਗਣੀ ਕਹਿੰਦੀ ਹੈ ਨਾ, ਤੇ ਚੱਲ ਹੁਣ ਤੈਨੂੰ ਮੈਂ ਇੱਕ ਰਸਤਾ ਐਸਾ ਦੱਸਦੀ ਹਾਂ ਬਈ ਜਿਹਦੇ ਨਾਲ ਮੈਂ ਵੀ ਭਾਗਾ ਭਰੀ ਬਣ ਜਾਵਾਂਗੀ। ਤੂੰ ਆ ਜਿਹੜੇ ਕੱਪੜੇ ਸ਼ਾਹੀ ਲਿਬਾਸ ਨੇ ਨਾ ਇਹ ਲਾ ਕੇ ਤੇ ਤੂੰ ਇਹਨਾਂ ਨੂੰ ਪਰੇ ਕਰ ਦੇ, ਤੇ ਤੈਨੂੰ ਮੈਂ ਸ਼੍ਰੋਮਣੀ ਬਣਾ ਦਿਆਂਗੀ ਸੰਸਾਰ ਦੇ ਵਿੱਚ। ਕਿਸ ਤਰ੍ਹਾਂ ਉਦਮ ਤੇ ਰਾਜ ਮਿਲੇ ਸਤ ਭਗਤੀ ਕਰਮ ਦ੍ਰਿੜਤਾ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਮਨ ਮੀਤਾ। ਹੁਣ ਮਾਤਾ ਨੂੰ ਪੁੱਛਦਾ ਹੈ ਭਗਤ ਧਰੂਵ ਬਈ ਹੁਣ ਕਿਸ ਤਰ੍ਹਾਂ ਇਹ ਜਿਹੜੇ ਮੇਰੇ ਸ਼ਤਰੂ ਨੇ ਕਿਸ ਤਰ੍ਹਾਂ ਮੈਨੂੰ ਆਪਣਾ ਰਾਜ ਵੀ ਇਹਨਾਂ ਕੋਲੋਂ ਮਿਲ ਜੇ ਤੇ ਸਾਰੇ ਮੇਰੇ ਮਿੱਤਰ ਵੀ ਬਣ ਜਾਣ। ਮਾਤਾ ਹੁਣ ਇਹਨਾਂ ਨੂੰ ਰਸਤਾ ਦੱਸਣ ਲੱਗੀ ਏ, ਕਹਿੰਦੀ ਵੀ ਪਰਮੇਸ਼ਰ ਅਰਾਧਿਆ ਜਦੂ ਹੋਏ ਪਤਿਤ ਪੁਨੀਤਾ। ਵੀ ਪਰਮੇਸ਼ਰ ਨੂੰ ਜਦੋਂ ਤੂੰ ਅਰਾਧੇਗਾ ਤੇ ਉਦੋਂ ਤੇਰੇ ਸਾਰੇ ਪਾਪ ਜਿਹੜੇ ਧੁੱਲ ਜਾਣਗੇ। फिर ये हाथ जेडे जिन्होंने तेन अज सुटिया है ना, ये तेरे हाथ अगे जोड़ के तेरे अगे खड़े होंगे। वो जिन्होंने हाथा ने थप्पड़ मारिया तेनू आन के गोदी च चुकणगे। मां उपदेश देती है बच्चे नूं बई हुण तू शाही लिबास उतार के ते भगवे कपड़े पा लै। मां रस्ता दसन लगी, देखो 5 साल का ध्रुव भगत है उपदेश देन लगी है, कहती 5 साल दे राजकुमार ध्रुव नूं वेख मां ने साधु बना दिता। खाक शान मल कोमल शरीर उत्ते ओदा 100 गुणा रूप वधा दिता। माता ने हुण उहदे कपड़े ला के ते उहनूं साधु दा जिहड़ा वेश है ना वो बनाया, सारे तन ते ओहदी खाक छान के ना मल दित्ती है। बाल बिखरे घुघराले मोड़
ਜਿਹਾ ਕਰ ਮੰਡਲ ਫੜਾ ਦਿੱਤਾ। ਮਾਂ ਨੇ ਹੁਣ ਮੱਥੇ ਤੇ ਤਿਲਕ ਲਾਤਾ, ਹੱਥ 'ਚ ਛੋਟਾ ਜਿਹਾ ਕਰ ਮੰਡਲ ਫੜਾਤਾ। ਵਾਲ ਬਿਖਰੇ ਹੋਏ ਨੇ, ਘੁੰਗਰਾਲੇ ਮੋਢਿਆਂ ਤੇ ਸੁੱਟੇ ਨੇ ਤੇ ਛੋਟੀ ਜੀ ਜਿਹੜੀ ਮ੍ਰਿਗਸ਼ਾਲਾ ਲਪੇਟ ਕੇ ਉਹਨੂੰ ਫੜਾਤੀ ਬਹਿਣ ਵਾਸਤੇ। ਉਂਗਲ ਲਾ ਕੇ ਬੂਹੇ ਤੋਂ ਬਾਹਰ ਲੈ ਗਈ, ਕਹਿੰਦੀ ਜੰਗਲ ਵਸੇ ਬੇਟਾ ਬਾਪ ਤੇਰਾ, ਇਹ ਤਾਂ ਰਾਣੀ ਦੇ ਵਸ ਹੋਏ ਨਹੀਂ ਸੁਣਦਾ, ਬੱਚਾ ਸੁਣੂਗਾ ਉਹ ਰਾਮ ਤੇਰਾ। ਆਂਦੀ ਹੈ ਵੀ ਇਹ ਤਾਂ ਰਾਜਾ ਜਿਹੜਾ ਇਹ ਤਾਂ ਰਾਣੀ ਦੇ ਵਸ ਹੋਇਆ, ਇਹ ਨਹੀਂ ਤੇਰਾ ਗੁਰਲਾਬ ਸੁਣ ਸਕਦਾ। ਉਹ ਜਿੱਧਰ ਤੈਨੂੰ ਮੈਂ ਭੇਜਣ ਲੱਗੀ ਹੈ ਨਾ ਜੰਗਲਾਂ 'ਚ, ਉੱਥੇ ਤੈਨੂੰ ਤੇਰਾ ਬਾਪ ਮਿਲੇਗਾ, ਉਹ ਤੇਰਾ ਗੁਰਲਾਬ ਸੁਣੇਗਾ। ਮਾਤਾ ਨੇ ਹੁਣ ਸਾਧੂ ਬਣਾ ਦਿੱਤਾ, ਉਹਦਾ ਭੇਖ ਬਣਾਤਾ, ਪੁੱਤਰ ਨੂੰ ਹੁਣ ਤੋਰਨ ਲੱਗੀ ਏ। ਉਂਗਲ ਫੜ ਕੇ ਤੇ ਬਾਹਰ ਗਲੀ 'ਚ ਲੈ ਆਈਏ। ਜੰਗਲ ਨੂੰ ਜਦੋਂ ਤੋਰਨ ਲੱਗੀ ਤੇ ਆਖਿਆ, ਪੁੱਤਰ ਬਈ ਹੁਣ ਤੂੰ ਸਾਧੂ ਦਾ ਵੇਸ ਧਾਰ ਲਿਆ, ਬਾਹਰ ਜੰਗਲਾਂ ਨੂੰ ਚੱਲਿਆ। ਪਰ ਇੱਕ ਵਾਰੀ ਉਹ ਜਿਸ ਮਾਤਾ ਨੇ ਤੈਨੂੰ ਥੱਪੜ ਮਾਰਿਆ ਨਾ, ਜਿਸ ਮਾਤਾ ਨੇ ਤੈਨੂੰ ਫੜ ਕੇ ਬਾਹੋਂ ਫੜ ਕੇ ਤੇ ਭੁੰਜੇ ਸੁੱਟਿਆ, ਜਾ ਇੱਕ ਵਾਰੀ ਜਾਂਦੇ ਜਾਂਦੇ ਉਹਨੂੰ ਮੱਥਾ ਟੇਕ ਕੇ ਆ। ਮਾਤਾ ਦਾ ਹੁਕਮ ਮੰਨ ਕੇ ਤੇ ਹੁਣ ਉਸ ਮਹਿਲ ਵੱਲ ਚੱਲਿਆ ਜਿੱਥੇ ਮਦਰਈ ਮਾਂ ਸੁਰੂਚੀ, ਜਿੱਥੇ ਉਹਨੇ ਭੁੰਜੇ ਸੁੱਟਿਆ ਸੀ ਇਹਨੂੰ, ਉਧਰ ਚੱਲਿਆ। ਹੁਣ ਜਦੋਂ ਮਾਤਾ ਸੁਰੂਚੀ ਦੇ ਸਾਹਮਣੇ ਗਿਆ ਤਾਂ ਉਹ ਵੇਖ ਕੇ ਫਿਰ ਭੜਕ ਗਈ, ਕਹਿੰਦੀ ਵੀ ਸਾਧੂਆਂ ਦਾ ਭੇਖ ਬਣ ਕੇ ਆਪ ਆਇਆ ਤੂੰ, ਇਹ ਨਾ ਸਮਝੀ ਵੀ ਇਸ ਭੇਖ ਦੇ ਵਿੱਚ ਮੈਂ ਤੈਨੂੰ ਪਿਓ ਦੀ ਗੋਦੀ ਵਿੱਚ ਬਹਿਣ ਦਿਆਂਗੀ। ਅੱਗੋਂ ਕਹਿੰਦਾ ਤੂੰ ਭਗਤ ਕਹਿੰਦਾ ਮਾਤਾ ਹੁਣ ਮੈਂ ਗੋਦੀ 'ਚ ਬਹਿਣ ਵਾਸਤੇ ਨਹੀਂ ਆਇਆ, ਅਗੇ ਫਿਰ ਕੀ ਕਰਨਾ ਹੈ ਤੇ ਦੱਸਦਾ ਤੂੰ। ਉਹ ਮੈਨੂੰ ਝਿੜਕਾ ਨਾ ਦੇ ਮਾਤਾ, ਹੁਣ ਮੈਂ ਸਾਧੂ ਹੋ ਗਿਆ। ਉਹ ਝਿੜਕਾ ਨਾ ਦੇ ਮਾਤਾ, ਮੈਂ ਸਾਧੂ ਹੋ ਗਿਆ। ਮਾਤਾ ਨੂੰ ਕਹਿੰਦਾ ਵੀ ਹੁਣ ਮੈਨੂੰ ਝਿੜਕਾ ਨਾ ਦੇ, ਹੁਣ ਤੇ ਮੈਂ ਸਾਧੂ ਹੋ ਗਿਆ। ਆ ਜਾਂਦਾ ਮਾਤਾ ਨੂੰ ਮੱਥਾ ਟੇਕ ਕੇ ਤੇ ਬਾਹਰ ਆ ਜਾਂਦਾ, ਜੰਗਲ ਨੂੰ ਤੁਰ ਪੈਂਦਾ। ਜੰਗਲ ਨੂੰ ਤੁਰਦਾ ਤੁਰਦਾ 5 ਸਾਲ ਦਾ ਪਿੱਛੋਂ ਉਸ ਮਾਤਾ ਸੁਨੀਤੀ ਦਾ ਚੰਗੀ ਜਿਗਰਾਂ ਵਾਲੀ ਮਾਤਾ ਹੋਏਗੀ ਜਿਹਨੇ 5 ਸਾਲ ਦੇ ਪੁੱਤਰ ਨੂੰ ਜੰਗਲ 'ਚ ਭੇਜਿਆ। ਤੁਰਦਾ ਤੁਰਦਾ ਅੱਗੇ ਇਤਿਹਾਸ 'ਚ ਲਿਖਿਆ ਬਈ ਨਾਰਦ ਜੀ ਮਿਲ ਕੇ ਦੇਵ ਰਿਸ਼ੀ, ਉਹਨਾਂ ਪੁੱਛਿਆ ਵੀ ਬੇਟਾ ਤੂੰ ਕੀ ਕਰਨ ਆਇਆ? ਆਖੇ ਮੈਂ ਤੇ ਇੱਥੇ ਭਗਤੀ ਕਰਨੇ ਆਇਆ। ਆਖੇ ਤੈਨੂੰ ਪਤਾ ਹੈ ਉਹ ਭਗਤੀ ਕੀ ਹੁੰਦੀ ਹੈ? ਹਾਂਜੀ ਮੈਨੂੰ ਪਤਾ ਹੈ ਭਗਤੀ ਕੀ ਹੁੰਦੀ ਹੈ। ਨਾਰਦ ਜੀ ਪੁੱਛਦੇ ਨੇ ਵੀ ਐਸ ਉਮਰ 'ਚ ਤੈਨੂੰ ਵੈਰਾਗ ਦਾ ਰਸਤਾ ਕਿਹਨੇ ਦੱਸਿਆ ਹੈ? ਏਡੀ ਛੋਟੀ ਉਮਰ 'ਚ ਤੂੰ ਭਗਤੀ ਕਰਨ ਆ ਗਿਆ, ਏਡੇ ਏਡੇ ਖੁਖਾਰ ਜਾਨਵਰ ਜੰਗਲ ਦੇ ਵਿੱਚ, ਤੈਨੂੰ ਡਰ ਨਹੀਂ ਲੱਗਦਾ?
ਉਹ ਜੀ ਛੋਟੀ ਉਮਰੇ ਵਿਰਾਗ ਕਿਥੋਂ ਲੱਗਿਆ, ਪੁੱਛਦੇ ਨੇ ਨਾਰਦ ਜੀ ਛੋਟੀ ਉਮਰੇ ਵਿਰਾਗ ਕਿਥੋਂ ਲੱਗਿਆ, ਪੁੱਛਦੇ ਨੇ छोटी जी उम्र च तेन किन्ने रस्ते पाता है, बड़ा दरागमई बन गया। तो दसदा अपनी पूरी व्यथा दसदा अपनी भी किस तरह मेरे नाल होया। तो फिर माता का जो हाल नारद जी ने सुनाया, तो फिर नारद जी ने कान दे विच इहनूं फिर मंत्र दिता है, मणे प्रकाश दियो ब्रह्म नास्यो मंत्र दियो गुरकान। जेड़ा मंत्र दिता है ओम नमो भगवते वासुदेवाय, ये नाम दिता है विष्णु महाराज जी का। भाई इनू तू जप तो सारे जगत से ना घूमता फिरे। मैं फटाफट इतिहास में थोड़ा जप के ले जाना। नारद जी आंदे ने भी इत्थे बह गए अपने मन दे विच अपने हिरदे विच वो चतुर्भुज भगवान विष्णु की फोटो वसाला, उसकी तस्वीर वसाला, जंगल च आवे पौधा ना फिरे। इस नाम जड़ा तेन दिता ना ओम नमो भगवते वासुदेवाय, इहदा जाप कर। हुण इहदा जाप कर लगा मन हिरदे विच तस्वीर महाराज विष्णु जी की बसी हुई है। उधर जदों ये भगती से बैठ गया तो फिर इंद्र का जोड़ा दरासन है वो डोलना शुरू हो गया। पंजा पंजा विष्णु महाराज जी को गया, जाके बेनती की भी कोई इस तरह भगती कर लिया तो मेरा इंद्रासन जो डोलन दिया। महाराज आते ने तू चिंता ना कर, मैं जाना उन्हें। हुण भगत ध्रुव जिहड़ा वो जंगल च बैठा भगती करन दिया। इतिहास लिखा
ਬਈ ਉਹਨਾਂ ਸਮਿਆਂ ਦੇ ਵਿੱਚ ਆ ਜਿੰਨੇ ਵੀ ਮਾਸਾਹਾਰੀ ਜਾਨਵਰ ਸਨ, ਸ਼ੇਰ, ਚੀਤੇ ਹੋਰ ਵੀ ਜਿਹੜੇ ਜਾਨਵਰ ਉੱਥੋਂ ਦੇ ਹੁੰਦੇ ਸਨ, ਸਾਰੇ ਇਹਦੀ ਸੇਵਾ ਕਰਿਆ ਕਰਦੇ ਸਨ, ਇਹਦੇ ਵਾਸਤੇ ਫਲ ਫਰੂਟ ਲਿਆਇਆ ਕਰਦੇ ਸਨ। ਇੰਨਾ ਪ੍ਰੇਮ ਪੈ ਗਿਆ ਸੀ ਇਹਦਾ ਜੰਗਲ ਦੇ ਜਾਨਵਰਾਂ ਦਾ। ਕਿਉਂਕਿ ਜਦੋਂ ਸਤਿਗੁਰ ਦਾ ਹੋ ਜਾਂਦਾ ਨਾ ਇਨਸਾਨ, ਉਹਦੇ ਕੰਨ ਵਿੱਚ ਮੰਤਰ ਜਦੋਂ ਚਲੇ ਜਾਂਦਾ ਹੈ ਤਾਂ ਫਿਰ ਉਹ ਪ੍ਰਕਾਸ਼ ਹੋ ਜਾਂਦਾ ਹੈ। ਉਹ ਫਿਰ ਪ੍ਰਕਾਸ਼ ਜਿਹੜਾ ਹੈ ਉਹਦੀ ਰੱਖਿਆ ਕਰਦਾ ਹੈ। ਸਤਿਗੁਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਤਾਂ ਫਿਰ ਬਹਿ ਕੇ ਫਿਰ ਭਗਤੀ ਕੀਤੀ ਹੈ ਉਸ ਜੰਗਲ ਦੇ ਵਿੱਚ। ਮਹਾਰਾਜ ਵਿਸ਼ਨੂੰ ਜਿਹੜੇ ਨੇ ਹੁਣ ਆ ਗਏ ਨੇ ਜਿੱਥੇ ਭਗਤੀ ਕਰਨ ਡਿਆ ਸੀ, ਭਗਤੀ ਕਰਦਾ ਮਹਾਰਾਜ ਸਾਹਮਣੇ ਖੜੇ ਨੇ। ਵਿਸ਼ਨੂੰ ਮਹਾਰਾਜ ਪਰ ਇਹਨੂੰ ਕੋਈ ਫਰਕ ਨਹੀਂ ਪੈ ਗਿਆ। ਵਿਸ਼ਨੂੰ ਮਹਾਰਾਜ ਨੇ ਵੇਖਿਆ ਵੀ ਮੇਰੇ ਵਾਸਤੇ ਹੀ ਕਰਨ ਡਿਆ, ਪਰ ਮੈਂ ਸਾਹਮਣੇ ਖੜਾ, ਧਿਆਨ ਨਹੀਂ ਦਿੰਦਾ ਮੇਰੇ ਵੱਲ। ਵਿਸ਼ਨੂੰ ਮਹਾਰਾਜ ਨੇ ਕੀ ਕੀਤਾ, ਇਹਦੇ ਮਨ ਵਿੱਚ ਜਿਹੜੀ ਚਤੁਰਭੁਜ ਤਸਵੀਰ ਬਣੀ ਸੀ ਨਾ ਭਗਵਾਨ ਵਿਸ਼ਨੂੰ ਦੀ, ਉਹ ਕੱਢ ਲਈ ਫਟਾਫਟ ਆਪਣੀ ਸ਼ਕਤੀ ਦੇ ਨਾਲ। ਜਦੋਂ ਉਹ ਸ਼ਕਤੀ ਦੇ ਨਾਲ ਤਸਵੀਰ ਕੱਢੀ ਤੇ ਫਿਰ ਤਰਬਕ ਕੇ ਉੱਠ ਕੇ, ਜਿਵੇਂ ਅਸੀਂ ਕੋਈ ਭੈੜਾ ਸੁਪਨਾ ਵੇਖ ਲਈਏ ਜਾਂ ਕੋਈ ਡਰਾਵਨਾ ਸੁਪਨਾ ਵੇਖ ਕੇ ਤਰਬਕ ਜਾਂਦਾ ਨਾ ਇਨਸਾਨ, ਉਸੇ ਤਰ੍ਹਾਂ ਅੱਖਾਂ ਖੁੱਲ ਗਈਆਂ ਇਹਦੀਆਂ। ਇੱਕਦਮ ਤਰਬਕ ਕੇ ਅੱਖਾਂ ਖੁੱਲੀਆਂ ਵੀ ਉਹ ਤਸਵੀਰ ਕਿੱਥੇ ਗਈ, ਤੇ ਵੇਖਿਆ ਉਹ ਜਿਹੜੀ ਤਸਵੀਰ ਮੇਰੇ ਮਨ ਹਿਰਦੇ ਵਿੱਚ ਸੀ, ਉਹ ਸਾਹਮਣੇ ਸਾਖਸ਼ਾਤ ਭਗਵਾਨ ਵਿਸ਼ਨੂੰ ਚਤੁਰਭੁਜ ਖੜੇ ਨੇ। ਸਾਹਮਣੇ ਜਦੋਂ ਖੜੇ ਨੇ ਤਾਂ ਫਿਰ ਦਰਸ਼ਨ ਕੀਤਾ ਉੱਥੇ। ਉਹ ਜੀ ਮੈਨੂੰ ਅੱਜ ਮੇਰੇ ਮਾਈ ਦਾ ਦੀਦਾਰ ਹੋ ਗਿਆ। ਦਰਸ਼ਨ ਕਰਦਾ ਮਹਾਰਾਜ ਵਿਸ਼ਨੂੰ ਜੀ ਦੇ, ਬੜਾ ਮਨ ਪ੍ਰਸੰਨ ਹੁੰਦਾ ਹੈ। ਮਹਾਰਾਜ ਆਖਦੇ ਨੇ ਫਿਰ ਬਈ ਇਹਨੂੰ, ਤੇਰੀ ਭਗਤੀ ਤੋਂ ਮੈਂ ਬੜਾ ਪ੍ਰਸੰਨ ਹੋਇਆ, ਮੰਗ ਲੈ ਤੂੰ ਜੋ ਕੁਝ ਮੰਗਣਾ ਹੈ, ਮੰਗ ਲੈ ਜੋ ਕੁਝ ਤੈਨੂੰ ਚਾਹੀਦਾ ਹੈ। ਪਰ ਭਗਤ ਧਰੁਵ ਕਹਿੰਦਾ ਕਿ ਮੈਨੂੰ ਕੁਝ ਨਹੀਂ ਚਾਹੀਦਾ, ਚਾਹੀਦਾ ਹੀ ਨਹੀਂ ਕੁਝ ਹੁੰਦਾ ਉਹਨਾਂ ਸਮਿਆਂ ਦੇ ਵਿੱਚ। ਕਿਉਂਕਿ ਜਦੋਂ ਇਨਸਾਨ ਭਗਤੀ ਕਰਦਾ ਨਾ, ਸਤਿਗੁਰੂ ਦਾ ਜਿਹੜਾ ਨਾਮ ਉਹਦੇ ਹਿਰਦੇ ਵਿੱਚ ਜਾਂਦਾ ਹੈ, ਉਦੋਂ ਕਿਸੇ ਤਰ੍ਹਾਂ ਦੀ ਉਹ ਫਿਰ ਉਹਦੀ ਸੰਸਾਰਿਕ ਇੱਛਾਵਾਂ ਨਹੀਂ ਰਹਿ ਜਾਂਦੀਆਂ। ਬਸ ਉਹੀ ਇੱਛਾ ਰਹਿ ਜਾਂਦੀ ਹੈ ਵੀ ਕਿਸੇ ਤਰ੍ਹਾਂ ਮੈਨੂੰ ਦਰਸ਼ਨ ਹੋ ਜਾਏ ਜਿਹਦੇ ਵਾਸਤੇ ਮੈਂ ਲੱਗਾ। ਆ ਸਾਧੂ ਪੜ੍ਹਿਆ ਕਰਦੇ ਸਨ, ਉਹ ਜੀ ਤ੍ਰਿਸ਼ਨਾ ਮਿਟ ਜਾਂਦੀ ਏ ਸਤਿਗੁਰ ਦਾ ਦਰਸ਼ਨ ਕਰਕੇ।
ਪੈ ਜਾਂਦੀ ਜਦੋਂ ਸਤਿਗੁਰੂ ਦਾ ਦਰਸ਼ਨ ਕਰ ਲਈਏ। ਭਗਤੀ ਵਾਲਿਆਂ ਦਾ ਇਸ ਤਰ੍ਹਾਂ ਦਾ ਹਾਲ ਦੱਸਿਆ ਗਿਆ। ਸੋ ਉਹ ਭਗਤ ਧਰੁਵ ਜਦੋਂ ਮਾਤਾ ਨੇ ਉਪਦੇਸ਼ ਦਿੱਤਾ, ਕਿਹੜਾ ਉਪਦੇਸ਼ ਦਿੱਤਾ? ਭਗਤੀ ਕਰਨ ਦਾ ਉਪਦੇਸ਼ ਦਿੱਤਾ। ਉਸ 50 ਸਾਲਾਂ ਦੇ ਧਰੁਵ ਨੂੰ ਭਗਤ ਧਰੁਵ ਬਣਾਤਾ। ਇਹ ਮਾਤਾ ਚਾਹੇ ਤਾਂ ਬੱਚੇ ਨੂੰ ਉਹ ਸੂਰਮਾ ਵੀ ਬਣਾ ਸਕਦੀ ਹੈ, ਮਾਤਾ ਚਾਹੇ ਤਾਂ ਬੱਚੇ ਨੂੰ ਉਹ ਦਾਨੀ ਵੀ ਬਣਾ ਸਕਦੀ ਹੈ, ਤੇ ਮਾਤਾ ਚਾਹੇ ਤਾਂ ਉਹ ਬੱਚੇ ਨੂੰ ਭਗਤ ਵੀ ਬਣਾ ਸਕਦੀ ਹੈ। ਸੋ ਉਹ ਮਾਤਾ ਜਿਹਨੇ ਨਾਮ ਦੇ ਰਸਤੇ 'ਚ ਪਾ ਕੇ ਤੇ ਆਪਣੇ ਬੱਚੇ ਧਰੁਵ ਨੂੰ ਐਸਾ ਸਿਖਰਾਂ ਤੇ ਪਹੁੰਚਾ ਦਿੱਤਾ ਨਾਮ 'ਚ ਪਾ ਕੇ। ਅੱਜ ਵੀ ਵੇਖ ਲਓ ਦੁਨੀਆ ਭਰ 'ਚ ਉਹਦਾ ਨਾਂ ਜਿਹੜਾ, ਉਹਦਾ ਜਸ ਜਿਹੜਾ ਗਾਇਆ ਜਾਂਦਾ ਹੈ, ਕਥਾਵਾਂ ਗਾਈਆਂ ਜਾਂਦੀਆਂ ਨੇ, ਗੁਰਬਾਣੀ 'ਚ ਆਦਰ ਸਤਿਕਾਰ ਦਿੱਤਾ ਗਿਆ ਹੈ ਉਸ ਭਗਤ ਧਰੁਵ ਦਾ। ਜਦੋਂ ਤੱਕ ਇਹ ਦੁਨੀਆ 'ਚ ਨਾਮ ਰਹੇਗਾ, ਇਸ ਭਗਤ ਧਰੁਵ ਦਾ ਵੀ ਉਹਨਾਂ 'ਚ ਕਥਾਵਾਂ ਨਾਮ ਚੱਲਦੀਆਂ ਰਹਿਣਗੀਆਂ। ਸੋ ਸਤਿਗੁਰੂ ਜੀ ਆਂਦੇ ਨੇ, ਕਹਿੰਦੇ ਨੇ, ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਬਈ ਨਾਮ ਜਪ ਕੇ ਤੇ ਜੇ ਤੂੰ ਕੁਝ ਹਾਸਲ ਕਰਨਾ ਤੇ ਫਿਰ ਇਸ ਤਰ੍ਹਾਂ ਦਾ ਨਾਮ ਜਪ, ਧਰੁਵ ਪ੍ਰਹਿਲਾਦ ਵਰਗਾ ਨਾਮ ਜਪ। ਉਹ ਫਿਰ ਨਾਮ ਤੈਨੂੰ ਉਹ ਜਪਿਆ ਹੋਇਆ ਫਿਰ ਤੈਨੂੰ ਸਿਖਰਾਂ ਤੇ ਲੈ ਕੇ ਜਾਏਗਾ। ਉਹ ਨਾਮ ਜਿਹੜਾ ਫਲੀਭੂਤ ਹੋਵੇਗਾ। ਜੇ ਐਵੇਂ ਮਾਲਾ ਕਸਾਉਂਦਾ ਰਹੇਗਾ, ਮਨੁੱਖ ਨੂੰ ਸਮਝਾਇਆ ਨਾ ਬਈ ਜੇ ਤੇਰੇ ਮਨ ਦੀ ਇਕਾਗਰਤਾ ਨਾਲ ਬੜੀ ਮਾਲਾ ਕਸਾ ਕੇ ਜਿੰਨੀਆਂ ਮਰਜ਼ੀ ਮਾਲਾ ਕਸਾ ਦੇ, ਤੈਨੂੰ ਉਹ ਨਾਮ ਜਿਹੜਾ ਫਲੀਭੂਤ ਨਹੀਂ ਹੋ ਸਕਦਾ। ਕਦੋਂ ਹੋਵੇਗਾ? ਗੁਰਬਾਣੀ 'ਚ ਦੱਸਿਆ ਉਹਨਾਂ ਨੇ ਵੀ ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਸੋ ਨਾਮ ਜਪ ਕੇ ਤੇ ਕੀ ਫਾਇਦੇ ਹੋਏ ਨੇ, ਕਿੱਥੋਂ ਤੱਕ ਉਹ ਦਰਜੇ ਮਿਲ ਗਏ ਨੇ ਸੰਸਾਰ 'ਚ। ਉਹ ਕਥਾਵਾਂ ਜਿਹੜੀਆਂ ਅੱਜ ਕੱਲ੍ਹ ਗਾਈਆਂ ਜਾਣ ਰਹੀਆਂ ਨੇ, ਆਦਰ ਸਤਿਕਾਰ ਮਿਲ ਰਿਹਾ ਗੁਰਬਾਣੀ ਦੇ ਵਿੱਚ, ਇਹ ਸਭ ਨਾਮ ਦੀ ਮਹਿਮਾ ਨਾਲ ਹੀ ਮਿਲਦਾ ਪਿਆ। ਨਾਮ ਦਾ ਬੜਾ ਦਰਜਾ ਉੱਚਾ ਦੱਸਿਆ ਗਿਆ ਤੇ ਸਤਿਗੁਰੂ ਜੀ ਨਾਮ ਦਾ ਜ਼ੋਰ ਵੀ ਬੜਾ ਦਿੰਦੇ ਨੇ। ਸਤਿਗੁਰੂ ਦੇ ਸੱਚੇ ਪਾਤਸ਼ਾਹ ਆਂਦੇ ਨੇ, ਕਹਿੰਦੇ ਨੇ ਵੀ 1 ਘੰਟਾ ਨਾਮ ਜਪ ਕੇ ਤੇ ਵੇਖੋ, ਫਿਰ ਵੇਖੋ, ਹਾਂ ਫਿਰ ਮੈਨੂੰ ਦੱਸਿਓ ਬਈ ਕਿਸ ਤਰ੍ਹਾਂ ਤੁਹਾਡੇ ਕਾਰਜ ਰਾਸ ਨਹੀਂ। ਉੱਥੋਂ ਤੱਕ ਪਹੁੰਚੋ ਤੇ ਸਹੀ। ਪਰ ਮਨੁੱਖ ਜਿਹੜਾ ਹੈ ਉਹ ਆਪਣੀਆਂ ਮਨ ਮਰਜ਼ੀਆਂ ਕਰਦਾ ਹੈ ਤੇ ਸਤਿਗੁਰੂ ਉਹਨਾਂ ਨੂੰ ਸਮਝਾਉਂਦੇ ਨੇ, ਗੁਰਬਾਣੀ ਨੂੰ ਉਹਨੂੰ ਸਮਝਾਉਂਦੇ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਸਮਝਾਉਂਦੇ ਨੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੀ ਸਮਝਾਇਆ ਗੁਰਬਾਣੀ 'ਚ। ਆਂਦੇ ਨੇ ਵੀ ਤੂੰ ਸਿੱਧਾ ਹੋ ਕੇ ਮਨੁੱਖੀ ਜਨਮ ਸਫਰ ਕਰ ਲੈ, ਨਾਮ ਨੂੰ ਆਪਣੇ ਮਨ ਹਿਰਦੇ ਵਿੱਚ ਧਾਰ ਲੈ ਤੇ ਇਹ ਜਨਮ ਸਫਰ ਕਰ ਲੈ। ਉਹ ਜਿੱਥੋਂ ਆਪਾਂ ਚੱਲੇ ਸਾਂ ਉਹੀ ਧਾਰਨਾ ਪੜ ਕੇ ਤੇ ਆਪਾਂ ਫਿਰ ਉਹਨਾਂ ਦੇ ਜੱਜ ਹੋਵਾਂਗੇ। ਉਹ ਜੀ ਰਾਮ ਨਾਮ ਦੇ ਸਤਿਗੁਰ ਨਾਲ ਧੋਲਾ, ਬਈ ਪਾਪਾ ਨਾਲ ਤੇਰੀ ਜ਼ਿੰਦਗੀ। ਰਾਮ ਨਾਮ ਦੇ ਸਤਿਗੁਰ ਨਾਲ ਧੋਲਾ, ਬਈ ਪਾਪਾ ਨਾਲ ਤੇਰੀ ਜ਼ਿੰਦਗੀ। ਰਾਮ ਨਾਮ ਦੇ ਸਤਿਗੁਰ ਨਾਲ ਧੋਲਾ, ਪਾਪਾ ਨਾਲ ਤੇਰੀ ਜ਼ਿੰਦਗੀ। ਰਾਮ ਨਾਮ ਦੇ ਸਤਿਗੁਰ ਨਾਲ ਧੋਲਾ, ਪਾਪਾ ਨਾਲ ਤੇਰੀ ਜ਼ਿੰਦਗੀ। ਰਾਮ ਨਾਮ ਦੇ ਸਤਿਗੁਰ ਨਾਲ ਧੋਲਾ, ਬਈ ਪਾਪਾ ਨਾਲ ਤੇਰੀ ਜ਼ਿੰਦਗੀ। ਰਾਮ ਨਾਮ ਦੇ ਸਤਿਗੁਰ ਨਾਲ ਧੋਲਾ।
किया जा सकता है। सारा दिन लगे रहो कोई काम ही नहीं मुकदा, पर समय को देखते हुए कुछ हज बेटियां आप जी के सामने नाम की बात रखिया। इन्हों कुछ कहता होया उदास इतने क्षमा का जाचक है, एक बार सब गज के आखो धन सतगुरु जगजीत सिंह सच्चा, धन सतगुरु उदय सिंह सच्चे पातशाह। सत श्री अकाल। प्रथम भगवती सिंह के गुरु नानक लेके आए, फिर गुरुदेव अमरदास रामदास सहाय अर्जन हर गोबिंद सिमरो श्री हर राय। श्री हर की सत्य आई है जिसे सब दुख जाए, देव बहादुर सिंह जी एक हर नाम निकालत आए। 10वें पातशाह गुरु गोबिंद सिंह साहब थाई हो सहाय। श्री गुरु बालक सिंह जी जिन्हें करता मार्ग दिया बताए। अकाल पुरख सतगुरु राम सिंह सच्चे पातशाह जिन्हें जम तो लिया छड़ाए। जोत का जमा सतगुरु हरि सिंह सिमरिए टुटी सिक्खी ले मराए। धन धन सतगुरु प्रताप सिंह बड़े प्रताप वाले सिमरिए जिन्हें कलयुग में सुध शोध नाम बाणी का प्रवाह दिया चलाए। मेहरबान सतगुरु जगदीप सिंह सच्चे पातशाह सिमरिए जन्म मरण जाए। पहले के बालक हाजरा हो सतगुरु उदय सिंह सच्चे पातशाह की सब थाई हो गुरु जी के 4 साहिबजादे 5 प्यारे 40 मुक्ते 80 शहीद बेअंत शहीदां की कमाई का ध्यान करके आप जी का नाम जीता है। सतगुरु जी असीं सदा ही भुलनहार जीवां बख्शन का पिता दरो करो सुखी भरोसे की लाल बख्शो। नामदार स्नान नमृत में जागना सण किसी शान करना मन बख्शो। साध का संग नाम का रंग भजन बाणी का प्रताप बख्शो। कृपा करे श्यामा मिले साथ सदा वास्ते हाथ दे के रख लो बख्शो अपनी चरनी लाई रखो। आप दे चरना च अरदास साडा धर्म ते करम बनया। सतगुरु राम सिंह सतगुरु जगदीप सिंह सतगुरु उदय सिंह सच्चे पातशाह आप जी की कृपा के नाल आप दे चरणों का उल्टा असरा लैके आप जी के हुक्म अनुसार आप दी प्यारियां संगतां ने सच्चे पातशाह एकत्र होकर आप जी के पुत्र पावन नाम का सिमरन किया। सतगुरु राम सिंह सच्चे पातशाह आप जी के दर्शन कृपा करो दाते प्रमाण करो चितकड़ियां अपनी दरगाह च मंजूर करो सच्चे पातशाह। इसे समय उधर गुरु का हर जस किया गया कीर्तन होया सच्चे पातशाह पिछले पैर के दीवान सजे ने बड़ी सोहनी गुरबाणी अपने दाते प्रमाण करो। बड़ी सोहनी गुरबाणी साढ़े मन हृदय में बसे सच्चे पातशाह कृपा करो अगे तो शुद्ध ते स्पष्ट बाणी बोलता सतगुरु राम सिंह सतगुरु जगदीप सिंह सतगुरु उदय सिंह सच्चे पातशाह अज का मेला जड़ा आप जी के दरगाह के सेवक संत गुरचरण सिंह उन्होंने मोटरसाइकिल ली सच्चे पातशाह नवी मोटरसाइकिल लईए कृपा करो पूरी बाबत मेले कराते हैं जिन्हों मनोरथों वास्ते कार्य कराए ने सो मनोरथ गुरुखा के पूरे करो सच्चे पातशाह। और जिन्होंने खजाने चो माया आई है कृपा करो उन्होंने माया के खजाने दूर करो। सवेरे अमृत वेले का जागना सने किसी शाम करता बल बख्शो। परिवार में आपस प्यार मोहब्बत सुख शांति का सच्चे पातशाह नितनिया खुशियां आते कारज रास हो। और सच्चे पातशाह जिहड़ा भी माई भाई आप जी के दर से 3 फुट लैके आया सबके दर से प्रमाण सब का आया इतने कदम कदम लेके लाओ सच्चे पातशाह। सबकी मनोकामना पूरियां करो नितनिया खुशियां के भंडारे बख्शो। मन के कारज रास होना की कृपा सतगुरु राम सिंह सच्चे पातशाह आप जी के भेजे हुए पदार्थों विचों निशान प्रसाद हाजिर है। आप जी को रसमी लायक होवे रसमी लगा प्रसाद आप जी की संगत को वर्ते जो दी सके सो आप जी का नाम जपे अतुट भंडारे बर्तन नाम श्री नाम सारी रख ला बख्श दे करके दर्शन दो। अरदास करते प्रमाण करो सतगुरु राम सिंह नाम चढ़ती कला तेरे पाए सरबत का भला जो भले सो निहाल जथेदार जी का बहुत बहुत धन्यवाद। आई साथ का धन्यवाद साथ कृपा की नाम में बैठे हुए थोड़ा बेहतर